ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਇੱਕ ਖਾਸ ਮੁਲਾਕਾਤ ਵਿੱਚ ਜੀ ਆਖਦੇ ਹਾਂ। ਅੱਜ ਦਾ ਇਹ ਪ੍ਰੋਗਰਾਮ ਸਾਡੇ ਬਹੁਤ ਉੱਚੇ ਪਾਕ ਸਾਡੇ ਨਾਲ ਇੱਕ ਉਹ ਸ਼ਖਸੀਅਤ ਜਿਨ੍ਹਾਂ ਤੇ ਗੁਰੂ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਐਸੀ ਇੱਕ ਵੱਡੀ ਦੇਣ ਜੋ ਸਿੱਖ ਜਗਤ ਵਿੱਚ ਅੱਜ ਆਪਾਂ ਵੇਖ ਰਹੇ ਹਾਂ, ਵਿਚਰਦੇ ਹਾਂ, ਸੁਣਦੇ ਹਾਂ, ਉਸ ਵਿੱਚ ਬਹੁਤ ਵੱਡਾ ਰੋਲ ਉਹਨਾਂ ਦਾ ਹੈ। ਐਸੀ ਗੁਰੂ ਮਹਾਰਾਜ ਦੀ ਕਿਰਪਾ, ਐਸੇ ਗੁਰਮੁਖ ਪਿਆਰੇ ਜਿਨ੍ਹਾਂ ਤੇ ਗੁਰੂ ਮਹਾਰਾਜ ਰਹਿਮਤ ਕਰਦੇ ਹਨ, ਇਹ ਸੇਵਾਵਾਂ ਵੀ ਉਹਨਾਂ ਦੀ ਝੋਲੀ ਵਿੱਚ ਪੈਂਦੀਆਂ ਹਨ। ਸਾਡੇ ਬਹੁਤ ਉੱਚੇ ਭਾਗ ਨੇ, ਕਿਉਂਕਿ ਖਜ਼ਾਨਾ ਇੰਨਾ ਵੱਡਾ ਹੈ, ਇੰਨਾ ਕੁਛ ਗਿਆਨ ਹੈ। ਤੇ ਸਾਡੇ ਉੱਚੇ ਭਾਗ ਅੱਜ ਸਾਡੇ ਰੂਬਰੂ ਹੋ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਜੀ, ਸਭ ਤੋਂ ਪਹਿਲਾਂ ਆਪ ਜੀ ਦਾ ਸੰਗਤ ਟੈਲੀਵਿਜ਼ਨ ਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਸਮਾਂ ਕੱਢ ਕੇ ਅੱਜ ਸਾਡੀ ਸੰਗਤਾਂ ਨਾਲ, ਦਰਸ਼ਕਾਂ ਨਾਲ ਆਪ ਜੀ ਰੂਬਰੂ ਹੋ ਰਹੇ ਹੋ। ਦਿਲ ਦੀਆਂ ਗਹਿਰਾਈਆਂ ਜੋ ਆਪ ਜੀ ਨੂੰ ਜੀ ਆਖਦੇ ਆ ਜੀ। ਮੈਂ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿ ਸੰਗਤ ਟੀਵੀ ਦੇ ਮਾਧਿਅਮ ਰਾਹੀਂ ਆਪ ਜੀ ਮੈਨੂੰ ਸੰਗਤਾਂ ਦੇ ਦਰਸ਼ਨ ਕਰਨ ਲਈ ਇੱਕ ਅਵਸਰ ਪ੍ਰਦਾਨ ਕਰ ਰਹੇ ਹੋ। ਡਾਕਟਰ ਜੀ, ਗੱਲਬਾਤ ਦੇ ਸਿਲਸਿਲੇ ਥੋੜਾ ਜਿਹਾ ਆਪਾਂ ਪਿਛੋਕੜ ਵੱਲ ਜਾਣਾ ਹੈ ਕਿ ਜੀਵਨ ਯਾਤਰਾ ਕਿੱਥੋਂ ਜਨਮ ਹੋਇਆ, ਕਿਸ ਤਰ੍ਹਾਂ ਜੀਵਨ ਯਾਤਰਾ, ਉਹ ਥੋੜਾ ਜਿਹਾ ਸਾਡੀ ਸੰਗਤਾਂ ਆਪ ਜੀ ਸਾਂਝ ਪਾਓ ਜੀ। ਪਹਿਲੀ ਤਾਂ ਗੱਲ, ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਇਹ ਪ੍ਰੋਗਰਾਮ ਕਰਦੇ ਹੋ ਔਰ ਵੱਖ-ਵੱਖ ਸ਼ਖਸੀਅਤਾਂ ਨੂੰ ਇਸ ਵਿੱਚ ਬੁਲਾ ਕੇ ਉਹਨਾਂ ਨੂੰ ਸੰਗਤ ਦੇ ਰੂਬਰੂ ਕਰਦੇ ਹੋ। ਔਰ ਇਹ ਬਹੁਤ ਜ਼ਰੂਰਤ ਹੈ ਸਾਡੇ ਪੰਥ ਵਿੱਚ ਜੋ ਗੁਰੂ ਦੀ ਸੇਵਾ ਕਰ ਰਹੇ ਨੇ ਉਹਨਾਂ ਨਾਲ ਸੰਗਤ ਦੀ ਸਾਂਝ ਪਵਾਉਣਾ। ਔਰ ਅਸੀਂ ਵੀ ਵੱਖ-ਵੱਖ ਸਟੇਜਸ ਦੇ ਉੱਤੇ ਜਾਂਦੇ ਹਾਂ, ਕੀਰਤਨ ਕਰਦੇ ਹਾਂ ਜਾਂ ਅਕਾਦਮਿਕ ਤੌਰ ਤੇ ਯੂਨੀਵਰਸਿਟੀਜ਼ ਵਿੱਚ ਵਿਚਰਦੇ ਹਾਂ। ਕਦੇ ਇਹੋ ਜਿਹਾ ਸਬਬ ਨਹੀਂ ਹੁੰਦਾ ਕਿ ਆਪਣੇ ਬਾਰੇ ਬਹੁਤੀ ਗੱਲ ਕੀਤੀ ਜਾ ਸਕੇ। ਔਰ ਭਾਵੇਂ ਮੈਂ ਇਸ ਗੱਲ ਤੋਂ ਕਾਫੀ ਗੁਰੇਜ਼ ਕਰਦਾ ਕਿ ਆਪਣੇ ਬਾਰੇ ਗੱਲ ਨਾ ਕਰਕੇ ਗੁਰੂ ਦੀ ਗੱਲ ਕਰੀਏ, ਗੁਰੂ ਸ਼ਬਦ ਦੀ ਗੱਲ ਕਰੀਏ, ਕੀਰਤਨ ਦੀ ਗੱਲ ਕਰੀਏ, ਗੁਰਮਤਿ ਸੰਗੀਤ ਦੀ ਗੱਲ ਕਰੀਏ, ਪਰ ਫਿਰ ਵੀ ਆਪ ਜੀ ਦਾ ਹੁਕਮ ਹੈ। ਸੋ ਮੈਂ ਮੇਰੇ ਬਹੁਤ ਅਗਰ ਮੈਂ ਤੁਹਾਡੇ ਸ਼ਬਦਾਂ 'ਚ ਕਹਾਂ ਤੇ ਮੇਰੇ ਵੱਡੇ ਭਾਗ, ਉੱਚੇ ਭਾਗ ਕਿ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਦੁਆਰਾ ਜਿਹੜਾ ਮੈਨੂੰ ਇਹ ਜਨਮ ਪ੍ਰਦਾਨ ਹੋਇਆ, ਉਹ ਇੱਕ ਕੀਰਤਨ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ। ਇਹ ਵੱਡੇ ਭਾਗਾਂ ਨਾਲ ਹੀ ਨਸੀਬ ਹੁੰਦਾ। ਔਰ ਸੰਗੀਤ ਦੀ ਦਾਤ ਵੀ ਵੱਡੇ ਭਾਗਾਂ ਨਾਲ ਨਸੀਬ ਹੁੰਦੀ। ਔਰ ਮੇਰੇ ਪਿਤਾ ਜੀ ਸ਼੍ਰੋਮਣੀ ਰਾਗੀ ਗਿਆਨੀ ਉੱਤਮ ਸਿੰਘ ਜੀ, ਉਹਨਾਂ ਨੇ ਤਮਾਮ ਉਮਰ ਆਪਣੀ ਸੇਵਾ ਜਿਹੜੀ ਹੈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦ ਜੀ, ਉਸ ਸਥਾਨ ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਪਾਵਨ ਧਰਤੀ ਉਹਨਾਂ ਦੀ ਸਿਮਰਤੀ ਵਿੱਚ ਉਸਾਰੀ। ਉਸ ਧਰਤੀ ਦੇ ਉੱਤੇ ਉਹਨਾਂ ਨੇ ਕੀਰਤਨ ਦੀ ਸੇਵਾ ਕੀਤੀ ਔਰ ਕੀਰਤਨ ਨੂੰ ਸਮਰਪਿਤ ਸ਼ਖਸੀਅਤ ਸੀ। ਇਹ ਸਾਡੇ ਪਰਿਵਾਰ ਦੇ ਵਿੱਚ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਹੈ ਕਿ ਕੀਰਤਨ ਦਾ ਪ੍ਰਵਾਹ ਚੱਲਦਾ ਰਿਹਾ। ਇਸੇ ਤਰ੍ਹਾਂ ਹੀ ਮੇਰੇ ਵੱਡੇ ਵੀਰ ਜੀ ਡਾਕਟਰ ਜਗੀਰ ਸਿੰਘ ਸਾਹਿਬ ਔਰ ਡਾਕਟਰ ਬਚਿੱਤਰ ਸਿੰਘ ਸਾਹਿਬ, ਉਹ ਵੀ ਸਾਰੇ ਕੀਰਤਨ ਨੂੰ ਸਮਰਪਿਤ ਨੇ। ਔਰ ਭਾਵੇਂ ਅਕਾਦਮਿਕ ਤੌਰ ਤੇ ਉਹ ਯੂਨੀਵਰਸਿਟੀਜ਼ ਵਿੱਚ ਜਾਂ ਅਕਾਦਮਿਕ ਖੇਤਰ ਦੇ ਵਿੱਚ ਉਹਨਾਂ ਨੇ ਉੱਚ ਪਦਵੀਆਂ ਤੇ ਕੰਮ ਕੀਤਾ, ਪਰ ਨਿਰੰਤਰ ਕੀਰਤਨ ਦੇ ਨਾਲ ਸਾਡਾ ਸਾਰਾ ਪਰਿਵਾਰ ਜਿਹੜਾ ਹੈ ਉਹ ਜੁੜਿਆ ਰਿਹਾ। ਇਸੇ ਤਰ੍ਹਾਂ ਹੀ ਸਾਡੇ ਚਾਚਾ ਜੀ ਕੈਪਟਨ ਅਮਰੀਕ ਸਿੰਘ ਜੀ, ਉਹਨਾਂ ਨੇ ਸਾਰੀ ਉਮਰ ਜਿਹੜਾ ਹੈ ਆਰਮੀ ਵਿੱਚ ਸਰਵਿਸ ਕੀਤੀ, ਪਰ ਉਹ ਵੀ ਗੁਰੂ ਘਰ ਦੀ ਕੀਰਤਨ ਪਰੰਪਰਾ ਨਾਲ ਗਹਿਰੇ ਤੌਰ ਤੇ ਜੁੜੇ ਰਹੇ। ਸਾਡੇ ਦੋ ਬ੍ਰਦਰ ਚਾਚਾ ਜੀ ਵਾਲੇ ਪਾਸਿਓਂ ਸਾਡੇ ਕਜ਼ਨਸ ਜੀ, ਸਰਦਾਰ ਬਲਜਿੰਦਰ ਸਿੰਘ ਉਹ ਯੂਕੇ ਵਿੱਚ ਹੀ ਨੇ, ਔਰ ਸਰਦਾਰ ਜਸਵਿੰਦਰ ਸਿੰਘ ਇੱਥੇ US ਵਿੱਚ ਨੇ। ਸਾਰੇ ਹੀ ਗੁਰੂ ਘਰ ਦੀ ਕੀਰਤਨ ਪਰੰਪਰਾ ਨਾਲ, ਸੰਗੀਤ ਨਾਲ ਜੁੜੇ ਹੋਏ ਨੇ। ਔਰ ਇਹ ਸਾਰੀ ਜਿਹੜੀ ਬਖਸ਼ਿਸ਼ ਹੈ ਸਾਡੇ ਬਜ਼ੁਰਗਾਂ ਦੀ, ਕਿਉਂਕਿ ਕਿੱਤੇ ਵਜੋਂ ਭਾਵੇਂ ਉਹ ਖੇਤੀਬਾੜੀ ਕਰਦੇ ਸੀ, ਪਰ ਗੁਰੂ ਘਰ ਨਾਲ, ਗੁਰਮਤ ਨਾਲ, ਸਿੱਖੀ ਦੇ ਨਾਲ ਉਹ ਨਿਰੰਤਰ ਜੁੜੇ ਰਹੇ। ਔਰ ਸਾਨੂੰ ਸਾਰਿਆਂ ਨੂੰ ਉਹਨਾਂ ਨੇ ਕੀਰਤਨ, ਸੰਗੀਤ, ਇਹ ਸਾਰੇ ਵੱਲ ਪ੍ਰੇਰਿਤ ਕੀਤਾ। ਔਰ ਮੇਰੀ ਖੁਸ਼ਨਸੀਬੀ ਹੈ ਕਿ ਮੇਰਾ ਜਨਮ ਇੱਕ ਐਸੇ ਪਰਿਵਾਰ ਵਿੱਚ ਹੋਇਆ ਜਿੱਥੇ ਗੁਰੂ ਸਾਹਿਬ ਨੇ ਕੀਰਤਨ ਦੀ ਦਾਤ ਜਿਹੜੀ ਹੈ ਸਾਨੂੰ ਪ੍ਰਦਾਨ ਕੀਤੀ।
ਸਭ ਜਿਸ ਤਰ੍ਹਾਂ ਆਪ ਜੀ ਜ਼ਿਕਰ ਕਰ ਰਹੇ ਸੀ, ਕਿੰਨੇ ਉੱਚੇ ਭਾਗ ਨੇ ਕਿ ਗੁਰੂ ਮਹਾਰਾਜ ਨੇ ਸਾਨੂੰ ਸਿੱਖਾਂ ਦੇ ਘਰ ਸਾਰਿਆਂ ਨੂੰ ਜਨਮ ਦਿੱਤਾ, ਤੇ ਫਿਰ ਸਿੱਖ ਮਰਿਆਦਾ, ਸਿੱਖ ਜੋ ਮਾਰਗ ਨੇ ਸਾਨੂੰ ਸੇਧ ਬਖਸ਼ੀ ਗੁਰੂ ਨਾਨਕ ਦੇ ਪਾਤਸ਼ਾਹ ਨੇ, ਆਪਾਂ ਉਹਦੇ ਤੇ ਚੱਲ ਕੇ ਆਪਣੀ ਜੀਵਨ ਯਾਤਰਾ ਸਫਲ ਕਰਦੇ ਹਾਂ। ਕੋਸ਼ਿਸ਼ ਕਰਦੇ ਹਾਂ ਆਪਾਂ ਸਾਰੇ ਕਿ ਅਸੀਂ ਮਾਰਗ ਤੇ ਚੱਲ ਕੇ ਸੱਚੇ ਸੁੱਚੇ ਸਿੱਖ ਬਣ ਕੇ, ਕਿਰਤ ਕਰਕੇ, ਨਾਮ ਜਪ ਕੇ ਆਪਣਾ ਜੀਵਨ ਸਫਲ ਕਰ ਸਕੀਏ। ਜਿਸ ਤਰ੍ਹਾਂ ਆਪ ਬੜਾ ਮਾਣ ਮਹਿਸੂਸ, ਪਰਿਵਾਰਾਂ ਦੇ ਵਿੱਚ ਕਿੰਨੇ ਉੱਚੇ ਭਾਗ, ਸਾਰੇ ਗੁਰੂ ਘਰ ਦੇ ਕੀਰਤਨੀਏ। ਇਹ ਉੱਚੇ ਭਾਗਾਂ ਦੀ ਨਿਸ਼ਾਨੀ ਮੇਰੇ ਹਿਸਾਬ ਨਾਲ ਕਿ ਵਡਮੁੱਲੇ ਨੇ ਉਹ ਪਰਿਵਾਰ ਜਿਹਨਾਂ ਤੇ ਮਹਾਰਾਜ ਜੀ ਦੀ ਰਹਿਮਤ ਕਰਦੇ ਨੇ। ਤੇ ਆਪ ਜਿਸ ਤਰ੍ਹਾਂ ਆਪ ਜੀ ਜ਼ਿਕਰ ਕਰ ਸੀ ਕਿ ਇੱਕ ਪਰਿਵਾਰ ਦਾ ਕੀ ਰੋਲ ਹੈ ਕਿ ਇੱਕ ਅੱਛੇ ਬੱਚੇ ਨੂੰ ਸਿੱਖੀ ਸਰੂਪ ਵਿੱਚ ਤੋਰ ਕੇ, ਸਿੱਖ ਦੇ ਮਾਰਗ ਤੇ ਤੋਰ ਕੇ, ਕਿਉਂਕਿ ਆਪਾਂ ਨੂੰ ਸਿੱਖਾਂ ਘਰ ਮਾਲਕ ਨੇ ਜਨਮ ਦਿੱਤਾ ਹੈ। ਜੀ ਜੀ, ਮੈਂ ਥੋੜਾ ਛੱਡ ਗਿਆ ਕਿ ਮੇਰਾ ਜਿਹੜਾ ਜਨਮ ਹੈ ਉਹ ਇਸ ਕੀਰਤਨ ਪਰਿਵਾਰ ਵਿੱਚ ਹੋਇਆ। ਔਰ ਮੇਰੇ ਪਿਤਾ ਜੀ, ਜਦੋਂ ਮੇਰਾ ਜਨਮ ਹੋਇਆ ਉਦੋਂ ਅਸੀਂ ਬਿਲਾਸਪੁਰ ਜਿਹੜਾ ਯੂਪੀ ਹੈ ਉੱਥੇ ਖੇਤੀਬਾੜੀ ਕਰਦੇ ਸੀ ਪਿਤਾ ਜੀ, ਔਰ ਉੱਥੇ ਮੇਰਾ ਜਨਮ ਹੋਇਆ ਸੀ 1959 ਦੇ ਵਿੱਚ। ਔਰ ਉਸ ਤੋਂ ਬਾਅਦ ਅਸੀਂ ਪਟਿਆਲਾ ਦੇ ਨੇੜੇ, ਰਾਜਪੁਰਾ ਦੇ ਨੇੜੇ ਸਾਡਾ ਪਿੰਡ ਹੈ, ਔਰ ਮੈਂ ਪਟਿਆਲਾ ਵਿਖੇ ਹੀ ਰਿਹਾ। ਔਰ ਫਤਿਹਗੜ੍ਹ ਸਾਹਿਬ ਮੇਰਾ ਜਿਹੜਾ ਬਚਪਨ ਹੈ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਗੁਜ਼ਰਿਆ, ਔਰ ਉੱਥੇ ਹੀ ਮੇਰੀ ਸੰਗੀਤ ਸਿੱਖਿਆ ਹੋਈ। ਤੁਹਾਡਾ ਜਿਹੜਾ ਸਵਾਲ ਸੀ ਕਿ ਇੱਕ ਪਰਿਵਾਰ ਦਾ ਕੀ ਰੋਲ ਹੈ ਜੀ ਗੁਰਮਤ ਨਾਲ, ਗੁਰਸਿੱਖੀ ਦੇ ਨਾਲ ਜੋੜਨ ਲਈ, ਸੋ ਮੈਂ ਸਮਝਦਾ ਕਿ ਪਹਿਲੀ ਤੇ ਗੱਲ ਕਿ ਅਗਰ ਇਹ ਵੱਡੇ ਭਾਗ ਹੋਣ ਤਾਂ ਹੀ ਇਹ ਨਸੀਬ ਹੁੰਦਾ ਹੈ, ਸਿੱਖੀ ਔਰ ਫਿਰ ਗੁਰਸਿੱਖ ਪਰਿਵਾਰ। ਪਰੰਤੂ ਪਰਿਵਾਰਕ ਜਿਹੜਾ ਪਿਛੋਕੜ ਹੈ ਉਸ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਸਾਡੇ ਜੀਨਸ ਦੇ ਵਿੱਚ, ਸਾਡੇ ਸੰਸਕਾਰੀ ਰੂਪ ਦੇ ਵਿੱਚ ਸਾਨੂੰ ਅਗਰ ਸਿੱਖੀ ਪ੍ਰਾਪਤ ਹੈ ਤੇ ਫਿਰ ਅਸੀਂ ਕਦੇ ਵੀ ਨਹੀਂ ਥਿੜਕਦੇ। ਔਰ ਅਗਰ ਸਿੱਖੀ ਸੰਸਕਾਰ ਨੇ ਸਾਡੇ ਪਰਿਵਾਰ ਦੇ ਵਿੱਚ, ਅਗਰ ਅਸੀਂ ਉਹਨਾਂ ਸਾਰਿਆਂ ਦਾ ਪਾਲਨ ਕਰਦੇ ਹਾਂ, ਔਰ ਗੁਰ ਸ਼ਬਦ ਦਾ ਜਿਹੜਾ ਪ੍ਰਵਾਹ ਹੈ, ਬਾਣੀ ਦਾ ਜਿਹੜਾ ਪ੍ਰਵਾਹ ਹੈ ਅਗਰ ਪਰਿਵਾਰ ਵਿੱਚ ਚੱਲਦਾ ਹੈ, ਤਾਂ ਆਪਣੇ ਵੱਡਿਆਂ ਨੂੰ ਵੇਖ ਕੇ, ਆਪਣੇ ਪਰਿਵਾਰ ਦੇ ਹੋਰ ਸਾਰੇ ਆਪਣੇ ਸੰਗੀਆਂ ਸਾਥੀਆਂ ਨੂੰ ਵੇਖ ਕੇ ਜਿਹੜੀ ਪਰਵਰਿਸ਼ ਹੁੰਦੀ ਹੈ ਉਹ ਇੱਕ ਖਾਸ ਕਿਸਮ ਦੀ ਸ਼ਖਸੀਅਤ ਦੀ ਘੜਨ ਦੇ ਵਿੱਚ ਉਸ ਦਾ ਬੜਾ ਵੱਡਾ ਰੋਲ ਹੈ। ਔਰ ਮੈਂ ਸਮਝਦਾ ਕਿ ਅਸੀਂ ਸਾਰੇ ਹੀ ਸਿੱਖ ਪੰਥ ਦੇ ਵਿੱਚ ਜਿੰਨੇ ਵੀ ਪਰਿਵਾਰ ਨੇ, ਔਰ ਖਾਸ ਤੌਰ ਤੇ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਗੁਰਦੁਆਰਾ ਪਰੰਪਰਾ ਨਾਲ ਜੋੜਿਆ, ਔਰ ਸਾਡਾ ਸਾਰਾ ਜਿਹੜਾ ਜੀਵਨ ਹੈ ਉਸ ਨੂੰ ਖਾਸ ਤੌਰ ਤੇ ਬਾਣੀ ਨਾਲ, ਗੁਰਸ਼ਬਦ ਨਾਲ, ਕੀਰਤਨ ਨਾਲ ਜੋੜ ਕੇ ਸਾਨੂੰ ਇਹ ਦਾਤ ਪ੍ਰਦਾਨ ਕੀਤੀ ਹੈ। ਇਹ ਸਾਰਾ ਸਾਡੇ ਆਪਣੇ ਪਰਿਵਾਰ ਦਾ ਵੀ ਰੋਲ ਔਰ ਸਾਡੇ ਪੰਥਕ ਪਰਿਵਾਰ ਦਾ ਵੀ ਜਿਹੜਾ ਰੋਲ ਹੈ ਇੱਕ ਸ਼ਖਸੀਅਤ ਨੂੰ ਘੜਨ ਦੇ ਵਿੱਚ ਬਹੁਤ ਵੱਡਾ ਹੁੰਦਾ ਹੈ। ਔਰ ਆਦਮੀ ਜਿਹੜਾ ਹੈ ਇਸ ਮਾਰਗ ਤੇ ਚੱਲਦਿਆਂ ਕਦੇ ਥਿੜਕਦਾ ਨਹੀਂ, ਕਿਉਂਕਿ ਗੁਰੂ ਆਪ ਅੰਗ ਸੰਗ ਸਹਾਈ ਹੁੰਦਾ ਹੈ, ਔਰ ਸ਼ਬਦ ਆਪ ਅੰਗ ਸੰਗ ਸਹਾਈ ਹੁੰਦਾ ਹੈ। ਔਰ ਵੱਡਿਆਂ ਦੀਆਂ ਅਸੀਸਾਂ ਅਗਰ ਤੁਹਾਡੇ ਨਾਲ ਹੋਣ ਤੇ ਫਿਰ ਸਾਰਾ ਕੁਝ ਮਲਟੀਪਲਾਈ ਹੋ ਕੇ ਬਹੁਤ ਅੱਛੇ ਰਿਜ਼ਲਟ ਜ਼ਿੰਦਗੀ ਵਿੱਚ ਤੁਹਾਨੂੰ ਮਿਲਦੇ ਨੇ। ਔਰ ਇੱਕ ਖਾਸ ਕਿਸਮ ਦੀ ਸੰਤੁਸ਼ਟੀ ਔਰ ਸਬਰ, ਸੰਤੋਖ, ਸਿਦਕ, ਇਹ ਸਾਰਾ ਕੁਝ ਤੁਹਾਨੂੰ ਨਸੀਬ ਹੁੰਦਾ ਹੈ ਅਗਰ ਵੱਡਿਆਂ ਦੀਆਂ ਅਸੀਸਾਂ ਤੁਹਾਡੇ ਨਾਲ ਹੋਣ। ਡਾਕਟਰ ਸਾਹਿਬ, ਆਪ ਜੀ ਨੇ ਥੋੜੀ ਜਿਹੀ ਪਰਿਵਾਰ ਬੜੇ ਸਾਂਝ ਪਾਈ, ਤੇ ਫਿਰ ਆਪ ਜੀ ਨੇ ਵਿਦਿਆ, ਇੱਕ ਤਾਂ ਦੁਨਿਆਵੀ ਵਿਦਿਆ ਤੇ ਫਿਰ ਗੁਰਮਤ ਵਿਦਿਆ, ਇਹਦਾ ਵੀ ਥੋੜਾ ਸਾਡੀ ਸੰਗਤਾਂ ਆਪ ਜੀ ਸਾਂਝ ਪਾਓ ਜੀ। ਹਾਂ, ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਕਿ ਮੇਰੇ ਵੱਡੇ ਵੀਰ ਜੀ ਡਾਕਟਰ ਜਗੀਰ ਸਿੰਘ ਸਾਹਿਬ, ਉਹ ਵੀ ਉੱਥੇ ਜਦੋਂ ਯੂਪੀ, ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਪਿਤਾ ਜੀ ਖੇਤੀਬਾੜੀ ਕਰਦੇ ਸੀ ਤਾਂ ਉਹਨਾਂ ਨੇ ਉਹ ਵੀ ਸਕੂਲਿੰਗ ਉਹਨਾਂ ਦੀ ਸੀ ਉੱਥੇ। ਔਰ ਪਿਤਾ ਜੀ ਦੇ ਮਨ ਵਿੱਚ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਜ਼ਰੂਰ ਪ੍ਰਦਾਨ ਕਰਨੀ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਫੈਮਿਲੀ ਦੇ ਵਿੱਚ ਸਾਰੇ ਹੀ ਡਾਕਟਰੇਟ ਨੇ ਔਰ ਸਾਰਿਆਂ ਨੇ ਹੀ ਉੱਚ ਪਦਵੀਆਂ, ਉੱਚ ਅਕਾਦਮਿਕ ਯੋਗਤਾ ਜਿਹੜੀ ਹੈ ਪ੍ਰਾਪਤ ਕੀਤੀ ਹੈ, ਪਿਤਾ ਜੀ ਦੀ ਬਦੌਲਤ ਸੀ। ਇਸੇ ਕਰਕੇ ਹੀ ਅਸੀਂ ਪੰਜਾਬ ਵੱਲ ਨੂੰ ਵਾਪਸ ਇੱਧਰ ਪਰਤੇ, ਔਰ ਪਿਤਾ ਜੀ ਨੇ ਫਿਰ ਨਾਲ ਖੇਤੀਬਾੜੀ ਔਰ ਨਾਲ ਉਹਨਾਂ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੀਰਤਨ ਦੀ ਸੇਵਾ ਲਈ, ਔਰ ਉੱਥੇ ਹੀ ਮੇਰੀ ਜਿਹੜੀ ਸਕੂਲਿੰਗ ਹੈ ਉੱਥੇ ਹੋਈ। ਔਰ ਬੜੀ ਵੱਡੀ ਇੱਕ ਸੰਸਥਾ ਹੈ ਮਾਤਾ ਗੁਜਰੀ ਜੀ ਦੇ ਨਾਮ ਦੇ ਉੱਤੇ ਉੱਥੇ ਸਕੂਲ ਹੈ, ਉਸ ਵਿੱਚ ਹਾਇਰ ਸੈਕੰਡਰੀ ਤੱਕ ਮੈਂ ਵਿਦਿਆ ਪ੍ਰਾਪਤ ਕੀਤੀ। ਔਰ ਉਹ ਪਾਵਨ ਧਰਤੀ ਅਗਰ ਤੁਸੀਂ ਗਏ ਹੋ ਤੇ ਉਸ ਦੇ ਕਣ ਕਣ ਦੇ ਵਿੱਚ ਸ਼ਹੀਦਾਂ ਦੀ ਧਰਤੀ ਹੈ, ਔਰ ਉਹਨਾਂ ਦੀ ਅਸੀਸ ਸਾਡੇ ਤੇ ਵਰਤਦੀ ਹੈ। ਔਰ ਉੱਥੇ ਜਦੋਂ ਕੀਰਤਨ ਹੁੰਦਾ ਹੈ ਤੇ ਆਲੇ ਦੁਆਲੇ ਜਿੰਨਾ ਵੀ ਵਾਯੂਮੰਡਲ ਹੈ, ਜਿੰਨਾ ਵੀ ਵਾਤਾਵਰਣ ਹੈ, ਉਹ ਸਾਰਾ ਹੀ ਕੀਰਤਨਮਈ ਹੋ ਜਾਂਦਾ, ਸ਼ਬਦਮਈ ਹੋ ਜਾਂਦਾ। ਸੋ ਬਾਲ ਵਰੇਸ ਤੋਂ, ਬਚਪਨ ਤੋਂ ਲੈ ਕੇ ਕੀਰਤਨ
ਸ਼ਬਦ ਬਾਣੀ ਇਸ ਦੀਆਂ ਜਿਹੜੀਆਂ ਧੁਨੀਆਂ ਨੇ ਉਹ ਹਮੇਸ਼ਾ ਮਨ ਮੰਤਕ ਵਿੱਚ ਜਿਹੜੀਆਂ ਨੇ ਉਹ ਪੱਕੇ ਤੌਰ ਤੇ ਉਕਰੀਆਂ ਗਈਆਂ। ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਉੱਥੇ ਮੇਰੇ ਸਕੂਲਿੰਗ ਹੁੰਦਿਆਂ ਮੈਨੂੰ ਬਹੁਤ ਅੱਛੇ ਜਿਹੜੇ ਅਧਿਆਪਕ ਨੇ ਸਾਡੇ ਸਕੂਲ ਦੇ ਵਿੱਚ, ਜਿਹੜੇ ਆਪ ਬੜੀਆਂ ਅੱਛੀਆਂ ਜਿੱਥੇ ਅਧਿਆਪਕ ਦੇ ਤੌਰ ਤੇ ਅੱਛੀ ਸ਼ਖਸੀਅਤ ਸਨ, ਉੱਥੇ ਗੁਰਸਿੱਖੀ ਦੇ ਤੌਰ ਤੇ ਵੀ ਬਹੁਤ ਅੱਛੀਆਂ ਸ਼ਖਸੀਅਤਾਂ ਸੀ। ਉਹਨਾਂ ਦੇ ਕੋਲੋਂ ਮੈਨੂੰ ਵਿੱਦਿਆ ਪ੍ਰਾਪਤ ਕਰਨ ਦਾ ਅਵਸਰ ਪ੍ਰਦਾਨ ਹੋਇਆ। ਔਰ ਗੁਰੂ ਦੀ ਕਿਰਪਾ ਦੁਆਰਾ ਸਾਰੀ ਵਿੱਦਿਆ ਜਿਹੜੀ ਹੈ ਸਕੂਲ ਦੀ ਵਿੱਦਿਆ ਹਾਇਰ ਸੈਕੰਡਰੀ ਤੱਕ ਬਹੁਤ ਨਿਰਵਿਘਨ ਹੋਈ। ਔਰ ਉਸ ਤੋਂ ਬਾਅਦ ਲਿਟਰੇਚਰ ਪੜ੍ਹਨ ਦਾ ਜਿਹੜਾ ਸ਼ੌਕ ਸੀ ਉਹ ਮੇਰੇ ਵੱਡੇ ਵੀਰ ਜੀ ਡਾਕਟਰ ਜਗੀਰ ਸਿੰਘ ਹੋਰਾਂ ਨੇ ਮੈਨੂੰ ਬਚਪਨ ਤੋਂ ਲਗਾਇਆ। ਔਰ ਉਹਨਾਂ ਨੇ ਬਹੁਤ ਸਾਰਾ ਲਿਟਰੇਚਰ ਜਿਹੜਾ ਹੈ, ਘਰ ਵਿੱਚ ਸਾਡੇ ਬਹੁਤ ਵੱਡੀ ਲਾਇਬ੍ਰੇਰੀ ਸੀ ਔਰ ਉਹਨਾਂ ਨੇ ਸਾਨੂੰ ਇਸ ਪਲ ਪ੍ਰੇਰਿਆ। ਔਰ ਹਰ ਕਿਸਮ ਦਾ ਲਿਟਰੇਚਰ, ਇਹ ਨਹੀਂ ਕਿ ਗੁਰਮਤ ਲਿਟਰੇਚਰ ਜਿਹੜਾ ਕੰਟੈਂਪਰੇਰੀ ਉਸ ਵੇਲੇ ਜੋ ਮਿਲਦਾ ਸੀ, ਚਾਹੇ ਉਹ ਮਾਰਕਸਵਾਦੀ ਲਿਟਰੇਚਰ ਸੀ, ਚਾਹੇ ਉਹ ਆਧੁਨਿਕ ਚਿੰਤਨ ਸੀ ਜਾਂ ਦੂਸਰੀਆਂ ਪਰੰਪਰਾਵਾਂ ਦਾ ਲਿਟਰੇਚਰ ਸੀ, ਉਹ ਵੀ ਬਚਪਨ ਤੋਂ ਹੀ ਸਾਨੂੰ ਪ੍ਰੇਰਿਆ ਗਿਆ ਕਿ ਉਸ ਨੂੰ ਪੜ੍ਹੋ ਔਰ ਗੁਰਸਿੱਖੀ ਦੇ ਨਾਲ ਨਾਲ ਸਮਕਾਲੀ ਜੋ ਸਾਰੀ ਦੁਨੀਆ ਹੈ ਉਸ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰੋ ਕਿ ਹੋਰ ਸਾਰੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਔਰ ਅਸੀਂ ਉਸ ਪ੍ਰਸੰਗ ਵਿੱਚ ਸਿੱਖੀ ਨੂੰ ਕਿਵੇਂ ਸਮਝ ਸਕਦੇ ਹਾਂ। ਸੋ ਉਹਨਾਂ ਦੀ ਬਦੌਲਤ ਲਿਟਰੇਚਰ ਪੜ੍ਹਨ ਦਾ ਹੋਇਆ। ਔਰ ਉਸ ਤੋਂ ਬਾਅਦ ਮੈਂ ਅਕਾਦਮਿਕ ਤੌਰ ਤੇ ਅਗਰ ਵੇਖੀਏ ਤੇ ਮੈਨੂੰ ਸੁਭਾਗ ਹੋਇਆ, ਉਸ ਵੇਲੇ ਇੱਕ ਗਿਆਨੀ ਹੁੰਦੀ ਸੀ, ਆਨਰਸ ਇਨ ਪੰਜਾਬੀ ਉਸ ਨੂੰ ਆਖਿਆ ਜਾਂਦਾ, ਪੰਜਾਬੀ ਯੂਨੀਵਰਸਿਟੀ ਤੋਂ ਉਹ ਕੀਤੀ। ਔਰ ਮੈਂ ਕੁਝ ਸਮਾਂ ਪੰਜਾਬੀ ਅਧਿਆਪਕ ਵੀ ਰਿਹਾ, ਇੱਕ ਟ੍ਰੇਨਿੰਗ ਹੁੰਦੀ ਹੈ ਪੰਜਾਬੀ ਟੀਚਰਸ ਦੀ, ਉਹ ਵੀ ਮੈਂ ਕੀਤੀ। ਔਰ ਨਾਲ ਜਿਹੜਾ ਹੈ ਜਿਹੜਾ ਸਟੱਡੀ ਹੈ ਪ੍ਰਾਈਵੇਟਲੀ ਮੈਂ BA ਔਰ ਉਹ ਵੀ ਕੀਤੀ। ਔਰ ਤੋਂ ਇਹ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਰੀ ਜਿਹੜੀ ਵਿੱਦਿਆ ਹੈ ਬਹੁਤ ਗੁਰੂ ਦੀ ਕਿਰਪਾ ਦੁਆਰਾ ਬਹੁਤ ਅੱਛੇ ਤਰੀਕੇ ਦੇ ਨਾਲ ਸੰਪੰਨ ਹੋਈ। ਉਸ ਤੋਂ ਬਾਅਦ MA ਜਦੋਂ ਮਿਊਜ਼ਿਕ ਮੈਂ ਕਰਨੀ ਸੀ ਤਾਂ ਮੇਰੇ ਗੁਰੂਦੇਵ ਗੁਰਮਤਿ ਸੰਗੀਤ ਆਚਾਰੀਆ ਪ੍ਰੋਫੈਸਰ ਤਾਰਾ ਸਿੰਘ ਜੀ, ਉਹਨਾਂ ਦੀ ਮੈਨੂੰ ਸ਼ਾਗਿਰਦੀ ਜਿਹੜੀ ਹੈ ਪ੍ਰਾਪਤ ਹੋਈ। ਔਰ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਮੇਰੀ ਪੰਜਾਬੀ ਯੂਨੀਵਰਸਿਟੀ ਤੋਂ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸਟਰਸ ਇਨ ਮਿਊਜ਼ਿਕ ਜਿਹੜੀ ਹੈ ਉਹ ਕੀਤੀ। ਔਰ ਇਹਦੇ ਨਾਲ ਹੀ ਫਿਰ ਪੰਜਾਬੀ ਯੂਨੀਵਰਸਿਟੀ ਤੋਂ MPhil ਮਿਊਜ਼ਿਕ, ਉਸ ਵੇਲੇ MPhil ਥਰੂ ਰਿਸਰਚ ਹੁੰਦੀ ਸੀ। ਔਰ ਤਿੰਨੇ ਯੂਨੀਵਰਸਿਟੀਜ਼ ਦੇ ਵਿੱਚ ਕੋਈ ਵੀ ਸੰਗੀਤ ਵਿਭਾਗ ਨਹੀਂ ਸੀ ਔਰ ਸਾਰੇ ਜਿਹੜੇ ਲੋਕ ਸੀ ਉਹ ਜਾਂ ਤਾਂ ਪ੍ਰਾਈਵੇਟਲੀ ਪੜ੍ਹਦੇ ਸੀ ਜਾਂ ਗਰਲਸ ਦੇ ਲਈ ਡਿਫਰੈਂਟ ਕਾਲਜਸ ਦੇ ਵਿੱਚ ਮਿਊਜ਼ਿਕ ਸਬਜੈਕਟ ਸੀ। ਸੋ ਉਹ ਕੀਤੀ। ਔਰ ਫਿਰ ਉਸ ਤੋਂ ਬਾਅਦ MPhil ਦੇ ਵਿੱਚ ਮੇਰੇ ਜਿਹੜੇ ਸੁਪਰਵਾਈਜ਼ਰ ਸੀ, ਕਿਉਂਕਿ MPhil ਥਰੂ ਰਿਸਰਚ ਸੀ, ਡਾਕਟਰ ਵਿਨੇ ਕੁਮਾਰ ਅਗਰਵਾਲ, ਉਹ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਡ ਡੀਨ ਸੀਗੇ ਮਿਊਜ਼ਿਕ ਡਿਪਾਰਟਮੈਂਟ ਦੇ, ਉਹਨਾਂ ਦੇ ਨਾਲ ਮੈਨੂੰ ਨਸੀਬ ਹੋਈ। ਔਰ ਮੇਰਾ ਟੌਪਿਕ ਬਹੁਤ ਮੈਨੂੰ ਅੱਛਾ ਲੱਗਦਾ ਕਿ ਮੈਂ ਪੰਜਾਬੀ ਫੋਕ ਮਿਊਜ਼ਿਕ, ਪੰਜਾਬੀ ਲੋਕ ਸੰਗੀਤ ਔਰ ਕਲਾਸੀਕਲ ਮਿਊਜ਼ਿਕ ਸ਼ਾਸਤਰੀ ਸੰਗੀਤ ਦੋਹਾਂ ਦਾ ਜਿਹੜਾ ਅੰਤਰ ਸੰਬੰਧ ਹੈ, ਕਿਉਂਕਿ ਮਨ ਵਿੱਚ ਹਮੇਸ਼ਾ ਹੁੰਦਾ ਸੀ ਕਿ ਪੰਜਾਬ ਨੇ ਭਾਰਤੀ ਸੰਗੀਤ ਨੂੰ, ਹਿੰਦੁਸਤਾਨੀ ਸੰਗੀਤ ਨੂੰ ਬਹੁਤ ਕੁਝ ਦਿੱਤਾ ਹੈ, ਬਹੁਤ ਰਾਗ ਦਿੱਤੇ ਨੇ, ਬਹੁਤ ਗਾਇਨ ਸ਼ੈਲੀਆਂ ਦਿੱਤੀਆਂ ਨੇ, ਬਹੁਤ ਸਾਰੇ ਸਾਜ਼ ਦਿੱਤੇ ਨੇ, ਪਰ ਪੰਜਾਬ ਦੇ ਲੋਕ ਸੰਗੀਤ ਨੂੰ ਭਾਰਤੀ ਸੰਗੀਤ ਵਿੱਚ ਬਣਦਾ ਸਥਾਨ ਨਹੀਂ ਮਿਲਿਆ। ਸੋ ਉਸ ਨੂੰ ਮੱਦੇਨਜ਼ਰ ਰੱਖਦਿਆਂ ਜਿਹੜਾ MPhil ਦਾ ਜਿਹੜਾ ਮੇਰਾ ਡੈਜ਼ਿਟੇਸ਼ਨ ਸੀ ਉਹ ਪੰਜਾਬੀ ਲੋਕ ਸੰਗੀਤ ਤੇ ਸ਼ਾਸਤਰੀ ਸੰਗੀਤ, ਫੋਕ ਮਿਊਜ਼ਿਕ, ਕਲਾਸੀਕਲ ਮਿਊਜ਼ਿਕ ਦਾ ਜਿਹੜਾ ਇੰਟਰ ਰਿਲੇਸ਼ਨ ਹੈ ਉਸ ਦੇ ਉੱਪਰ ਹੋਇਆ। ਔਰ ਉਸ ਤੋਂ ਬਾਅਦ ਜਿੱਥੇ ਪਰਿਵਾਰਕ ਤੌਰ ਤੇ ਸ਼ਬਦ ਕੀਰਤਨ ਨਾਲ ਜੁੜੇ ਹੋਏ ਸੀ, ਸ਼ਬਦ ਕੀਰਤਨ ਕਰਦੇ ਸੀ, ਉਹਦੇ ਨਾਲ ਹੀ ਗੁਰਮਤਿ ਸੰਗੀਤ ਆਚਾਰੀਆ ਪ੍ਰੋਫੈਸਰ ਤਾਰਾ ਸਿੰਘ ਜੀ ਦੀ ਸੰਗਤ ਨਾਲ ਆਪਣੇ ਪਰਿਵਾਰਕ ਜਿਹੜੇ ਮੇਰੇ ਪਿਤਾ ਜੀ ਔਰ ਵੱਡੇ ਵੀਰ ਜੀ ਡਾਕਟਰ ਜਗੀਰ ਸਿੰਘ ਜੀ, ਡਾਕਟਰ ਬਚਿੱਤਰ ਸਿੰਘ ਜੀ, ਉਹਨਾਂ ਦੀ ਬਦੌਲਤ ਸਾਡੇ ਸਾਰਿਆਂ ਦੇ ਮਨ ਵਿੱਚ, ਔਰ ਇਸ ਵਿੱਚ ਇੱਕ ਹੋਰ ਮੈਂ ਕਹਾਂਗਾ ਡਾਕਟਰ SP ਸਿੰਘ ਜੀ, ਡਾਕਟਰ ਸੁਰਿੰਦਰਪਾਲ ਸਿੰਘ ਜੀ ਜਿਹੜੇ ਫਿਰ ਵਾਈਸ ਚਾਂਸਲਰ ਰਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ, ਔਰ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਜੀ, ਇਹ ਸਾਰੇ ਲੋਕਾਂ ਦੇ ਮਨ ਵਿੱਚ ਇਹ ਸੀ ਕਿ ਮੈਂ ਕਿਉਂਕਿ ਮੇਰਾ ਰੁਝਾਨ ਜ਼ਿਆਦਾ ਤੌਰ ਤੇ ਕਲਾਸੀਕਲ ਮਿਊਜ਼ਿਕ ਵੱਲ ਸੀ, ਲਾਈਟ ਮਿਊਜ਼ਿਕ ਵਿੱਚ ਜ਼ਿਆਦਾ ਸੀ, ਔਰ ਇਹਨਾਂ ਦਾ ਮਨ ਸੀ ਕਿ ਅਗਰ ਮੈਂ ਗੁਰਮਤਿ ਸੰਗੀਤ ਨੂੰ, ਸ਼ਬਦ ਕੀਰਤਨ ਨੂੰ ਇੱਕ ਵਿਸ਼ੇ ਦੇ ਤੌਰ ਤੇ, ਅਕਾਦਮਿਕ ਤੌਰ ਤੇ ਇਸ ਨੂੰ ਡਿਵੈਲਪ ਕਰਾਂ ਤੇ ਉਹ ਸਾਰੇ ਮੈਨੂੰ ਸਪੋਰਟ ਕਰਨਗੇ। ਸੋ ਸਾਰਿਆਂ ਨੇ ਮੈਨੂੰ ਇਸ ਗੱਲ ਵੱਲ ਪ੍ਰੇਰਿਆ ਕਿ ਗੁਰਮਤਿ ਸੰਗੀਤ ਨੂੰ ਸੰਗੀਤ ਵਿਸ਼ੇ ਦੇ ਪੈਰਲਲ ਸਮਾਨਾਂਤਰ ਇੱਕ ਵਿਸ਼ੇ ਵਜੋਂ ਵਿਕਸਿਤ ਕਰਨ ਵਿੱਚ
ਮੈਂ ਆਪਣਾ ਜੀਵਨ ਅਰਪਿਤ ਕਰਾਂ। ਔਰ PhD ਦੇ ਲਈ ਜਿਹੜੀ PhD ਦੀ ਖੋਜ ਹੈ ਜੀ ਉਸ ਦੇ ਲਈ ਮੈਨੂੰ ਭੇਜਿਆ ਗਿਆ। ਡਾਕਟਰ ਦਰਸ਼ਨ ਸਿੰਘ ਜੀ ਚੇਅਰਮੈਨ ਸਨ ਉਸ ਵੇਲੇ ਗੁਰੂ ਨਾਨਕ ਸਿੱਖ ਸਟੱਡੀਜ਼ ਦੇ। ਉਹ ਮੇਰੇ ਨਾਲ ਗੁਰਮਤ ਵਾਲੇ ਪਾਸਿਓਂ ਗੁਰਬਾਣੀ ਵਾਲੇ ਪਾਸਿਓਂ ਨਿਗਰਾਨ ਸਨ, ਔਰ ਡਾਕਟਰ ਵਿਨय ਕੁਮਾਰ ਅਗਰਵਾਲ ਜੀ ਸੰਗੀਤ ਵਾਲੇ ਪਾਸਿਓਂ ਮੇਰੇ ਨਿਗਰਾਨ ਸੀ। ਔਰ ਦੋਹਾਂ ਦੀ ਨਿਗਰਾਨੀ ਦੇ ਵਿੱਚ ਪਹਿਲੀ ਵਾਰੀ ਗੁਰੂ ਨਾਨਕ ਬਾਣੀ ਦਾ ਜਿਹੜਾ ਸੰਗੀਤ ਵਿਗਿਆਨਕ ਅਧਿਐਨ ਹੈ ਉਸ ਤੋਂ ਮਿਊਜ਼ਿਕੋਲੋਜੀਕਲ ਸਟੱਡੀ ਆਫ ਗੁਰੂ ਨਾਨਕ ਬਾਣੀ, ਇਹ ਮੇਰਾ ਵਿਸ਼ਾ ਸੀ। ਉਸ ਦੇ ਉੱਪਰ ਜੋ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਕੀਰਤਨ ਦਾ ਮਾਡਲ ਦਿੱਤਾ ਜੀ, ਔਰ ਕਿਸ ਤਰ੍ਹਾਂ ਜਿਹੜਾ ਸਾਡਾ ਸਿੱਖ ਮਿਊਜ਼ਿਕ ਹੈ, ਗੁਰਮਤਿ ਸੰਗੀਤ ਹੈ, ਉਹ ਦੂਸਰੀਆਂ ਪਰੰਪਰਾਵਾਂ ਨਾਲੋਂ ਅਲੱਗ ਹੈ, ਔਰ ਕਿਵੇਂ ਉਹਦਾ ਸਾਰਾ ਜਿਹੜਾ ਸਿਧਾਂਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਉਸਰਿਆ ਹੋਇਆ, ਇਸ ਵਿਸ਼ੇ ਉੱਤੇ ਮੈਨੂੰ PhD ਕਰਨ ਦਾ ਸੁਭਾਗ ਮਿਲਿਆ। ਔਰ ਇਹਨਾਂ ਸਾਰੇ ਵੱਡਿਆਂ ਦੀਆਂ ਅਸੀਸਾਂ ਦੁਆਰਾ, ਇਹਨਾਂ ਦੀ ਸਰਪ੍ਰਸਤੀ ਦੁਆਰਾ ਇਹ ਕਾਰਜ ਗੁਰੂ ਨੇ ਆਪ ਸੰਭਵ ਕਰਾਇਆ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਜਿੰਨਾ ਵੀ ਇਸ ਤੋਂ ਪਹਿਲਾਂ ਮੇਰੇ ਵੱਡੇ ਵੀਰ ਜੀ ਡਾਕਟਰ ਜਗੀਰ ਸਿੰਘ ਹੋਰਾਂ ਨੇ ਪ੍ਰੋਫੈਸਰ ਸੁਰਿੰਦਰ ਸਿੰਘ ਜੀ ਕੋਹਲੀ ਹੋਰਾਂ ਦੇ ਨਾਲ PhD ਕੀਤੀ ਸੀ ਲਿਟਰੇਚਰ ਦੇ ਵਿੱਚ, ਗੁਰੂ ਸਾਹਿਬਾਨ ਦੀ ਬਾਣੀ ਅਤੇ ਸੰਗੀਤ ਦਾ ਅੰਤਰ ਸੰਬੰਧ। ਅੱਛਾ ਜੀ। ਉਹ ਵੀ ਆਪਣੇ ਆਪ ਦੇ ਵਿੱਚ ਬੜਾ ਉਲੇਖਨੀय ਕੰਮ ਹੈ। ਔਰ ਇਹ ਸਾਰਾ ਕੁਝ ਤਾਂ ਹੀ ਸੰਭਵ ਹੋ ਸਕਿਆ ਕਿ ਇਹਨਾਂ ਸਾਰਿਆਂ ਨੇ ਮੈਨੂੰ ਸਰਪ੍ਰਸਤੀ ਦਿੱਤੀ। ਔਰ ਗੁਰਮਤਿ ਸੰਗੀਤ ਦਾ ਇੱਕ ਜਿਹੜਾ ਮਾਡਲ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਧਾਰਿਤ ਹੈ, ਮਿਊਜ਼ਿਕੋਲੋਜੀ ਦਾ ਮਾਡਲ, ਉਹ ਉਸਾਰਨ ਦੇ ਵਿੱਚ ਅਸੀਂ ਕਾਮਯਾਬ ਹੋਏ। ਔਰ ਅੱਜ ਉਹ ਸਾਰਾ ਜਿਹੜਾ ਮਾਡਲ ਹੈ ਉਸ ਨੂੰ ਸਾਰੇ ਲੋਕ ਫਾਲੋ ਕਰ ਰਹੇ ਨੇ। ਔਰ ਇਸ ਵਿੱਚ ਮੇਰੇ ਜਿਹੜੇ ਗੁਰੂਦੇਵ ਸੀ ਗੁਰਮਤਿ ਸੰਗੀਤ ਆਚਾਰੀਆ ਪ੍ਰੋਫੈਸਰ ਤਾਰਾ ਸਿੰਘ ਜੀ ਔਰ ਮੇਰੇ ਜਿਹੜੇ ਨਿਗਰਾਨ ਸੀ ਦੋਵੇਂ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਇਸ ਗੱਲ ਦੀ ਮੈਨੂੰ ਬੜੀ ਤਸੱਲੀ ਹੈ ਕਿ ਉਹ ਬਹੁਤ ਅੱਛਾ ਕੰਮ ਹੋਇਆ। ਇਸ ਤਰ੍ਹਾਂ ਇਹ ਸਾਰੀ ਜਿਹੜੀ ਵਿੱਦਿਆ ਹੈ, ਸਕੂਲੀ ਵਿੱਦਿਆ ਔਰ ਉਸ ਤੋਂ ਬਾਅਦ ਯੂਨੀਵਰਸਿਟੀਜ਼ ਦੇ ਵਿੱਚ ਇਹ ਸੰਪੰਨ ਹੋਈ। ਔਰ ਉਸ ਤੋਂ ਬਾਅਦ ਅਗਲਾ ਸਫ਼ਰ ਜਿਹੜਾ ਹੈ ਉਹ ਜਾਰੀ ਹੋਇਆ। ਬਿਲਕੁਲ ਸਭ ਬੜਾ ਦਿਲਚਸਪ ਹੈ, ਕਿਉਂਕਿ ਕਿਸ ਤਰ੍ਹਾਂ ਮੈਂਟਰਸ ਜਿਹੜੇ ਨੇ ਮਹਾਰਾਜ ਮਿਲਾ ਦਿੰਦੇ ਤੇ ਉਹ ਕਿਸ ਤਰ੍ਹਾਂ ਮੋਲਡ ਕਰ ਦਿੰਦੇ ਨੇ ਜੀਵਨ ਦੇ ਵਿੱਚ ਅਚੀਵਮੈਂਟਸ ਲਈ, ਹੈ ਨਾ। ਜਿੱਥੇ ਆਪ ਜੀ ਬੜੇ ਭਾਗੇ ਹੋ ਕਿ ਇਹ ਜਿਹੜੀਆਂ ਉੱਚ ਸ਼ਖਸੀਅਤਾਂ ਦੇ ਆਪ ਜੀ ਨੇ, ਜਿਨ੍ਹਾਂ ਨੇ ਆਪ ਜੀ ਨੂੰ ਸਪੋਰਟ ਕੀਤਾ, ਗਾਈਡ ਕੀਤਾ, ਤੇ ਆਪ ਜੀ ਉਸ ਲੈਵਲ ਤੇ ਅੱਜ ਸੰਸਾਰ ਭਰ ਵਿੱਚ, ਕੱਲਾ ਇੰਡੀਆ ਦੇ ਵਿੱਚ ਨਹੀਂ, ਸਾਰੇ ਸਮੁੱਚੇ ਸੰਸਾਰ ਭਰ ਵਿੱਚ ਆਪ ਜੀ ਉਹ ਗਿਆਨ ਵੰਡ ਰਹੇ ਹੋ। ਸ਼ੁਕਰੀਆ ਜੀ, ਬਹੁਤ ਬਹੁਤ। ਇਹ ਸਭ ਉਹਨਾਂ ਦੀ ਬਦੌਲਤ ਹੈ। ਹਰ ਇਨਸਾਨ ਆਪਣੀ ਮਿਹਨਤ ਕਰਦਾ ਹੈ, ਹਾਰਡ ਵਰਕਿੰਗ, ਸਾਰੇ ਹਾਰਡ ਵਰਕਰ ਹੁੰਦੇ ਨੇ ਔਰ ਸਾਰੇ ਹੀ ਮਿਹਨਤ ਕਰਦੇ ਨੇ, ਪਰ ਉਸ ਮਿਹਨਤ ਨੂੰ, ਮੁਸ਼ੱਕਤ ਨੂੰ ਜਿਹੜਾ ਹੈ ਅੱਛੇ ਰਿਜ਼ਲਟ ਦੇਣਾ ਔਰ ਫਲ ਲਾਉਣਾ, ਇਹ ਵੱਡਿਆਂ ਦੀ, ਗੁਰੂਜਨਾਂ ਦੀ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਦੁਆਰਾ ਹੀ ਸੰਭਵ ਹੋ ਸਕਦਾ ਹੈ। ਡਾਕਟਰ ਇੱਕ ਚੀਜ਼ ਮੈਂ ਆਪ ਜੀ ਜ਼ਰੂਰ ਸੰਗਤਾਂ ਨਾਲ ਸਾਂਝ ਪਾਓ ਕਿ ਜਿੱਥੇ ਪਰਿਵਾਰ ਤੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਸਮੁੱਚਾ ਪਰਿਵਾਰ ਜਿੱਥੇ ਵਿੱਦਿਆ ਦੇ ਖੇਤਰ ਵਿੱਚ ਪੜ੍ਹਿਆ, ਉੱਚ ਵਿੱਦਿਆ ਗ੍ਰਹਿਣ ਕੀਤੀ, ਇੱਕ ਪਰਿਵਾਰ ਵਿੱਚ 3 ਸ਼੍ਰੋਮਣੀ ਰਾਗੀ, ਇਹ ਵੀ ਇੱਕ ਬਹੁਤ ਵੱਡੀ ਮਾਲਕ ਦੀ ਕਿਰਪਾ ਹੈ। ਇਹਦੇ ਬਾਰੇ ਥੋੜੀ ਜਿਹੀ ਸਾਡੀ ਸੰਗਤਾਂ ਨਾਲ ਸਾਂਝ ਪਾਓ ਜੀ। ਮੇਰੇ ਪਿਤਾ ਜੀ ਬਹੁਤ ਨਾਮਲੇਵਾ ਗੁਰੂ ਘਰ ਦੀ ਸ਼ਖਸੀਅਤ ਸੀ। ਕੀਰਤਨ ਬਹੁਤ ਮਨ ਨਾਲ ਔਰ ਇਕਾਗਰ ਚਿੱਤ ਹੋ ਕੇ ਕਰਦੇ ਸੀ, ਔਰ ਉਹਨਾਂ ਦੀ ਬਦੌਲਤ ਹੀ ਜੋ ਵੀ ਸਾਨੂੰ ਗੁਰਮਤਿ ਔਰ ਸੰਗੀਤ ਦੀ ਦਾਤ ਪ੍ਰਦਾਨ ਹੋਈ ਹੈ, ਸਭ ਉਹਨਾਂ ਦੀਆਂ ਅਸੀਸਾਂ ਦੀ ਬਦੌਲਤ ਹੈ। ਔਰ ਉਹਨਾਂ ਨੇ ਉਮਰ ਭਰ ਜਿਹੜੀ ਸੇਵਾ ਕੀਤੀ, ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ ਖਾਲਸਾ ਦੀਵਾਨ, ਇਹਨਾਂ ਸਾਰੀਆਂ ਸੰਸਥਾਵਾਂ ਵੱਲੋਂ ਉਹਨਾਂ ਨੂੰ ਉਸ ਸਮੇਂ ਸ਼੍ਰੋਮਣੀ ਰਾਗੀ ਦਾ ਜਿਹੜਾ ਹੈ ਖਿਤਾਬ ਹੈ, ਉਪਾਧੀ ਜਿਹੜੀ ਹੈ ਉਹ ਪ੍ਰਦਾਨ ਕੀਤੀ ਗਈ, ਮਾਨ ਸਨਮਾਨ ਦਿੱਤਾ ਗਿਆ। ਭਾਵੇਂ ਕਿ ਉਹ ਬਹੁਤ ਜ਼ਿਆਦਾ ਇਹਨਾਂ ਗੱਲਾਂ ਦੇ ਵਿੱਚ ਯਕੀਨ ਨਹੀਂ ਸੀ ਰੱਖਦੇ, ਪਰ ਸੰਗਤ ਜਦੋਂ ਸਤਿਕਾਰ ਵਜੋਂ ਤੁਹਾਨੂੰ ਅਸੀਸ ਦਿੰਦੀ ਹੈ ਤੇ ਉਸ ਦਾ ਕੋਈ ਮੁੱਲ ਨਹੀਂ ਹੁੰਦਾ। ਔਰ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਮੇਰੇ ਵੱਡੇ ਵੀਰ ਜੀ ਡਾਕਟਰ ਜਗੀਰ ਸਿੰਘ ਸਾਹਿਬ, ਉਹਨਾਂ ਨੂੰ ਵੀ ਸ਼੍ਰੋਮਣੀ ਰਾਗੀ ਪੰਜਾਬ ਗਵਰਨਮੈਂਟ ਵੱਲੋਂ ਭਾਸ਼ਾ ਵਿਭਾਗ ਦੁਆਰਾ ਇਹ ਅਵਾਰਡ ਪ੍ਰਦਾਨ ਕੀਤਾ ਜਾਂਦਾ, ਉਹਨਾਂ ਨੂੰ ਮਿਲਿਆ। ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਰਾਸ਼ਟਰਪਤੀ ਸੰਗੀਤ ਨਾਟਕ ਅਕੈਡਮੀ ਅਵਾਰਡ ਹੈ, ਉਹ ਵੀ ਇਸ ਖੇਤਰ ਦਾ ਆਪਣਾ ਇੱਕ ਉੱਚ ਕੋਟੀ ਦਾ ਸਨਮਾਨ ਹੈ, ਉਹ ਵੀ ਉਹਨਾਂ ਨੂੰ ਪ੍ਰਾਪਤ ਹੋਇਆ। ਇਸੇ ਤਰ੍ਹਾਂ ਹੀ ਡਾਕਟਰ ਜਗੀਰ ਸਿੰਘ ਸਾਹਿਬ ਤੋਂ ਇਲਾਵਾ ਡਾਕਟਰ ਬਚਿੱਤਰ ਸਿੰਘ ਮੇਰੇ ਵੱਡੇ ਜਿਹੜੇ ਭਰਾ ਨੇ, ਉਹ ਵੀ ਰੇਡੀਓ ਸਟੇਸ਼ਨ ਦੇ ਪ੍ਰਵਾਨਿਤ ਕਲਾਕਾਰ ਨੇ ਔਰ ਕੀਰਤਨ ਔਰ ਸੰਗੀਤ ਦੇ ਖੇਤਰ ਵਿੱਚ ਉਹਨਾਂ ਦਾ ਬੜਾ ਨਾਮ ਹੈ ਜੀ। ਪ੍ਰੋਫੈਸਰ ਉਹ
ਰਹੇ ਨੇ ਪੰਜਾਬੀ ਦੇ, ਔਰ ਉਹਨਾਂ ਨੇ ਜਿੱਥੇ ਮੈਨੂੰ ਉਹਨਾਂ ਨੇ ਆਪਣੇ ਨਾਲ ਰੱਖ ਕੇ ਸਿਖਾਇਆ ਵੀ, ਔਰ ਮੇਰੀ ਗਰੂਮਿੰਗ ਵੀ ਕੀਤੀ, ਔਰ ਨਾਲ ਉਹਨਾਂ ਨੇ ਆਪ ਵੀ ਮੈਨੂੰ ਨਿਵਾਜਿਆ ਮੇਰੇ ਨਾਲ ਕੀਰਤਨ ਕਰਕੇ। ਔਰ ਇਹ ਸਾਰੇ ਇੱਕ ਪਰਿਵਾਰ ਦੇ ਵਿੱਚ ਇਹ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਅਸੀਂ ਇੱਕ ਦਿਸ਼ਾ ਦੇ ਵਿੱਚ ਗੁਰੂ ਦੇ ਸ਼ਬਦ ਕੀਰਤਨ ਦੇ ਲੜ ਲੱਗ ਕੇ ਇੱਕ ਦਿਸ਼ਾ ਦੇ ਵਿੱਚ ਕਾਰਜ ਕੀਤਾ। ਔਰ ਉਸ ਤੋਂ ਵੱਡੀ ਬਖਸ਼ਿਸ਼ ਹੈ ਕਿ ਉਸ ਬਖਸ਼ਿਸ਼ ਨੂੰ ਸੰਗਤਾਂ ਵੱਲੋਂ ਵੀ ਸਰਾਹਿਆ ਗਿਆ, ਔਰ ਪੰਥ ਵੱਲੋਂ ਵੀ ਸਰਾਹਿਆ ਗਿਆ, ਔਰ ਸਾਰੇ ਪਾਸੇ ਜਿਹੜਾ ਹੈ ਸਤਿਗੁਰੂ ਨੇ ਕਿਰਪਾ ਕਰਦਿਆਂ ਹੋਇਆ ਸਾਡੇ ਪਰਿਵਾਰ ਨੂੰ ਨਿਵਾਜਿਆ। ਡਾਕਟਰ ਸਾਹਿਬ, ਆਪ ਜੀ ਨੇ ਇਸ ਤਰ੍ਹਾਂ ਜ਼ਿਕਰ ਕੀਤਾ ਆਪ ਜੀ ਦੀ ਵਿਦਿਆ ਦੇ ਵਿੱਚ, ਜਦੋਂ ਵਿਦਿਆ ਆਪਨੇ ਗ੍ਰਹਿਣ ਕੀਤੀ ਤੇ ਫਿਰ ਦੇਖੋ ਆਪ ਜੀ ਨੇ, ਮੈਂ ਪੜ੍ਹ ਰਿਹਾ ਸੀ ਕਿ ਆਪ ਜੀ ਨੇ ਹਰ ਰੋਜ਼ ਪੰਜਾਬ ਦੀ ਯੂਨੀਵਰਸਿਟੀ ਵਿੱਚ ਜਾ ਕੇ ਉਸ ਵਿਦਿਆ ਨੂੰ ਜਿਹੜੇ ਆਉਣ ਵਾਲੀ ਜਨਰੇਸ਼ਨ ਸੀ ਉਹਦੇ ਵਿੱਚ ਵੰਡਿਆ। ਜੋ ਈਥੋਸ, ਜੋ ਧਰਮ ਦੀ ਗੱਲ, ਜੋ ਸਿੱਖ ਵਿਰਸੇ ਦੀ, ਗੁਰਮਤ ਸੰਗੀਤ ਦੀ ਗੱਲ, ਇਹ ਆਪ ਜੀ ਨੇ ਫਿਰ ਸਾਰੇ, ਜਿੱਥੇ ਕਿ ਇੰਡੀਆ ਵਿੱਚ ਪਹਿਲਾਂ ਸ਼ੁਰੂ ਕੀਤੀ ਤੇ ਫਿਰ ਸਮੁੱਚੇ ਸੰਸਾਰ ਵਿੱਚ। ਆਪਾਂ ਪਹਿਲਾਂ ਥੋੜਾ ਜਿਹਾ ਇੰਡੀਆ ਵੱਲ ਚੱਲ ਜਾਈਏ। ਸਾਰੀਆਂ ਯੂਨੀਵਰਸਿਟੀ 'ਚ ਆਪ ਜੀ ਦਾ ਬਹੁਤ ਵੱਡਾ ਇੱਕ ਮਤਲਬ ਵਾਈਸ ਚਾਂਸਲਰ ਤੋਂ ਬਾਅਦ ਆਪਾਂ ਕਰਦੇ ਤੇ ਡੀਨ ਹੁੰਦੇ ਨੇ। ਆਪ ਜੀ ਉਸ ਲੈਵਲ ਤੇ ਆਪ ਜੀ ਨੇ ਯੂਨੀਵਰਸਿਟੀ ਦੇ ਵਿੱਚ ਆਪਣੀ ਡਿਊਟੀ ਨਿਭਾਈ। ਥੋੜਾ ਜਿਹਾ ਉਸ ਤਰ੍ਹਾਂ ਵੀ ਸੰਗਤਾਂ ਨਾਲ ਸਾਂਝ ਪਾਓ, ਕਿਉਂਕਿ ਬਹੁਤ ਵੱਡੀਆਂ ਅਚੀਵਮੈਂਟਸ ਨੇ ਉਸ ਯੂਨੀਵਰਸਿਟੀ ਲੈਵਲ ਤੇ, ਉਸ ਲੈਵਲ ਤੇ ਜਾ ਕੇ ਉਹ ਚੀਜ਼ਾਂ ਨੂੰ ਡਿਲੀਵਰ ਕਰਨਾ। ਹਾਂ, ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇੱਕ ਕੀਰਤਨੀਏ ਪਰਿਵਾਰ ਵਿੱਚ ਪੈਦਾ ਹੋਇਆ, ਔਰ ਇੱਕ ਕੀਰਤਨੀਆਂ ਦਾ ਬੇਟਾ ਹਾਂ, ਔਰ ਕੀਰਤਨ ਔਰ ਸੰਗੀਤ ਦੇ ਖੇਤਰ ਵਿੱਚ ਹੀ ਫਿਰ ਮੈਂ ਕਾਰਜਸ਼ੀਲ ਰਿਹਾ, ਸਰਗਰਮ ਰਿਹਾ, ਔਰ ਉੱਥੇ ਮੈਨੂੰ ਸੇਵਾ ਪ੍ਰਦਾਨ ਹੋਈ। ਔਰ ਮੈਨੂੰ ਇਸ ਗੱਲ ਦਾ ਬੜੀ ਤਸੱਲੀ ਹੈ ਕਿ ਬੜੀ ਯੰਗਰ ਏਜ ਦੇ ਵਿੱਚ 24 ਇਅਰਸ ਵਿੱਚ ਮੈਨੂੰ ਯੂਨੀਵਰਸਿਟੀ ਦੇ ਵਿੱਚ ਲੈਕਚਰਰ ਲੱਗਣ ਦਾ ਸੁਭਾਗ ਮਿਲਿਆ। ਔਰ 1983 ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਜਿਹੜੀ ਹੈ ਐਜ਼ ਲੈਕਚਰਰ ਜੁਆਇਨ ਕੀਤੀ। ਔਰ ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਵਿੱਚ ਸੰਗੀਤ ਵਿਭਾਗ ਇਸ ਤਰ੍ਹਾਂ ਤਾਂ ਨਹੀਂ ਸੀ, ਪਰ ਪੋਸਟ ਗ੍ਰੈਜੂਏਸ਼ਨ ਦਾ ਜਿਹੜਾ ਕੋਰਸ ਸੀ ਉਹ ਡਿਫਰੈਂਟ ਕਾਲਜਸ ਦੇ ਵਿੱਚ ਜ਼ਰੂਰ ਚੱਲਦਾ ਸੀ। ਔਰ ਉੱਥੇ ਰਹਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਡਿਪਾਰਟਮੈਂਟ ਹੈ ਪੰਜਾਬੀ ਭਾਸ਼ਾ ਵਿਕਾਸ ਵਿਭਾਗ। ਉਸ ਵਿੱਚ ਹਰ ਵਿਸ਼ੇ ਦੇ ਜਿਹੜੇ ਐਕਸਪਰਟ ਨੇ ਹੁੰਦੇ ਨੇ, ਜੋ ਸਾਡੇ ਪੰਜਾਬ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਵੱਖ-ਵੱਖ ਸਬਜੈਕਟ ਜਿਹੜੇ ਨੇ ਉਹਨਾਂ ਦੇ ਲਈ ਟੀਚਿੰਗ ਦੇ ਲਈ ਮਟੀਰੀਅਲ ਤਿਆਰ ਕਰਦੇ ਸੀ ਔਰ ਖੋਜ ਕਰਦੇ ਸੀ। ਸੋ ਉੱਥੇ ਮੈਨੂੰ ਸੰਗੀਤ ਦੇ ਵਿਸ਼ੇ ਦੇ ਤੌਰ ਤੇ ਮੈਨੂੰ ਰਿਕਰੂਟ ਕੀਤਾ ਗਿਆ, ਔਰ ਪੰਜਾਬੀ ਯੂਨੀਵਰਸਿਟੀ ਇੱਕ ਬੜੀ ਵੱਡੀ ਮੇਰੀ ਕਰਮ ਭੂਮੀ ਰਹੀ। ਔਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਫਿਰ ਉੱਥੇ ਹੁੰਦੇ ਆ ਪੰਜਾਬੀ ਲੋਕ ਸੰਗੀਤ ਉੱਤੇ, ਪੰਜਾਬੀ ਸ਼ਾਸਤਰੀ ਸੰਗੀਤ ਉੱਤੇ ਰਿਸਰਚ ਕਰਨ ਦਾ ਗੁਰਮਤਿ ਸੰਗੀਤ ਦੇ ਨਾਲ, ਕਿਉਂਕਿ ਇਹ ਸਾਰੀਆਂ ਜਿਹੜੀਆਂ ਪਰੰਪਰਾਵਾਂ ਨੇ ਇੱਕ ਦੂਸਰੇ ਦੇ ਨਾਲ ਗਹਿਰੇ ਤੌਰ ਤੇ ਜੁੜੀਆਂ ਹੋਈਆਂ ਨੇ। ਔਰ ਪੰਜਾਬ ਜਿਹੜਾ ਹੈ, ਪੰਜਾਬ ਦੀ ਸੰਗੀਤ ਪਰੰਪਰਾ ਦੇ ਵਿੱਚ ਜਿਹੜਾ ਪ੍ਰਮੁੱਖ ਹੈ ਉਹ ਗੁਰਮਤਿ ਸੰਗੀਤ ਹੈ, ਔਰ ਭਾਰਤੀ ਸੰਗੀਤ ਵਿੱਚ ਜਾਂ ਹਿੰਦੁਸਤਾਨੀ ਸੰਗੀਤ ਵਿੱਚ ਜਿਹੜਾ ਕੇਂਦਰੀ ਔਰ ਪ੍ਰਮੁੱਖ ਹੈ ਉਹ ਸਾਡਾ ਪੰਜਾਬ ਦੀ ਸੰਗੀਤ ਪਰੰਪਰਾ ਹੈ। ਸੋ ਇਸ ਖੇਤਰ ਵਿੱਚ ਕੰਮ ਕਰਨ ਦਾ ਯੂਨੀਵਰਸਿਟੀ ਵਿੱਚ ਰਹਿ ਕੇ ਸੁਭਾਗ ਮਿਲਿਆ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੰਗੀਤ ਵਿਭਾਗ ਸਥਾਪਿਤ ਹੋਣਾ ਸੀ, ਔਰ ਉਸ ਵੇਲੇ ਦੇ ਜਿਹੜੇ ਵਾਈਸ ਚਾਂਸਲਰ ਨੇ ਡਾਕਟਰ ਗੁਰਦੀਪ ਸਿੰਘ ਜੀ ਰੰਧਾਵਾ ਸਾਹਿਬ, ਉਹਨਾਂ ਨੇ ਉਚੇਚੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਡਾਕਟਰ HK ਮਨਮੋਹਨ ਸਿੰਘ ਜੀ ਸੀ, ਉਹਨਾਂ ਨੂੰ ਕਹਿ ਕੇ ਔਨ ਰੈਪੂਟੇਸ਼ਨ ਮੈਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਲਿਆ, ਔਰ ਉੱਥੇ ਸੰਗੀਤ ਵਿਭਾਗ ਦੇ ਨੂੰ ਸਥਾਪਿਤ ਕਰਨ ਦਾ ਗੁਰੂ ਦੀ ਕਿਰਪਾ ਦੁਆਰਾ ਅਵਸਰ ਪ੍ਰਦਾਨ ਹੋਇਆ, ਔਰ ਉੱਥੇ ਉਸ ਡਿਪਾਰਟਮੈਂਟ ਦਾ ਮੈਂ ਮੁਖੀ ਰਿਹਾ। ਔਰ ਉੱਥੇ MPhil ਅਸੀਂ ਸਟਾਰਟ ਕੀਤੀ, MPhil ਮਿਊਜ਼ਿਕ। ਬੜਾ ਅੱਛਾ ਐਕਸਪੀਰੀਅੰਸ ਸੀ ਉੱਥੇ, ਕਿਉਂਕਿ ਪਹਿਲੀ ਵਾਰੀ, ਕਿਉਂਕਿ ਸਾਡੇ ਮਨ ਵਿੱਚ ਬੜੀ ਇਹ ਇੱਛਾ ਸੀ ਕਿ ਗੁਰਮਤਿ ਸੰਗੀਤ ਨੂੰ ਅਸੀਂ ਕਿਸੇ ਤਰ੍ਹਾਂ ਵਿਸ਼ੇ ਵਜੋਂ ਇੰਟਰੋਡਿਊਸ ਕਰੀਏ। ਸੋ ਉਸ ਵੇਲੇ ਉਸ ਤੋਂ ਪਹਿਲਾਂ ਭਾਵੇਂ ਅਸੀਂ ਇੱਕ ਐਫਰਟ ਕਰ ਚੁੱਕੇ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿ 1985 ਦੇ ਵਿੱਚ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਗੁਰੂ ਨਾਨਕ ਸਿੱਖ ਸਟੱਡੀਜ਼ ਵੱਲੋਂ ਇੱਕ ਸੈਮੀਨਾਰ ਕਰਾਇਆ ਪੰਜਾਬ ਯੂਨੀਵਰਸਿਟੀ ਦੇ ਵਿੱਚ, ਜਿਹਦੇ ਵਿੱਚ ਸਾਰੀਆਂ ਜਿਹੜੀਆਂ ਸਿੱਖ ਕਲਾਵਾਂ ਨੇ ਉਹਨਾਂ ਦੇ ਉੱਪਰ ਵੱਖ-ਵੱਖ ਰਿਸਰਚ ਪੇਪਰ ਲਿਖਵਾਏ ਗਏ, ਔਰ ਉੱਥੇ ਸਿੱਖ ਸੰਗੀਤ ਦੀ ਗੱਲ ਸੁਤੰਤਰ ਰੂਪ ਦੇ ਵਿੱਚ ਸਾਡੇ ਸਾਹਮਣੇ ਆਈ। ਔਰ 1990 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਇੱਕ ਸੈਮੀਨਾਰ ਕਰਨ ਵਿੱਚ ਕਾਮਯਾਬ ਹੋਏ, ਗੁਰਮਤਿ ਸੰਗੀਤ ਵਿਭਿੰਨ ਪਰਪੇਖ। ਉਹ ਸੈਮੀਨਾਰ ਦੇ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਜੀ ਸਾਡੇ ਨਾਲ ਹੋਇਆ ਕਰਦੇ ਸੀ, ਔਰ ਇਹਦੇ ਨਾਲ ਹੀ ਸਿੰਘ ਬੰਧੂ ਸਰਦਾਰ ਸਵਿੰਦਰ ਸਿੰਘ, ਸਰਦਾਰ ਤੇਜਪਾਲ ਸਿੰਘ, ਡਾਕਟਰ ਅਜੀਤ ਸਿੰਘ ਪੈਂਤਲ, ਔਰ ਨਾਲ ਡਾਕਟਰ ਦਰਸ਼ਨ ਸਿੰਘ ਨਰੂਲਾ ਜੀ, ਡਾਕਟਰ ਜਗੀਰ ਸਿੰਘ ਜੀ,
ਇਹ ਸਾਰੇ ਲੋਕ ਔਰ ਜਿਹੜੇ ਸਾਡੇ ਵਿਦਿਆਰਥੀ ਸੀ ਉਹ ਸਾਰੇ ਹੀ ਉੱਥੇ ਹਾਜ਼ਰ ਹੋਏ। ਉਸ ਵੇਲੇ ਪ੍ਰੋਫੈਸਰ ਤਾਰਾ ਸਿੰਘ ਜੀ ਉਹ ਚੜ੍ਹਾਈ ਕਰ ਚੁੱਕੇ ਸੀ, ਕਾਲ ਚਲਾਣਾ ਉਹਨਾਂ ਦਾ ਹੋ ਚੁੱਕਾ ਸੀ, ਔਰ ਅਸੀਂ ਉਹ ਜਿਹੜਾ ਸੈਮੀਨਾਰ ਸੀ ਉਹਨਾਂ ਨੂੰ ਸਮਰਪਿਤ ਕੀਤਾ ਔਰ ਗੁਰਮਤ ਸੰਗੀਤ ਨੂੰ ਵਿਭਿੰਨ ਡਿਫਰੈਂਟ ਪਰਸਪੈਕਟਿਵ ਦੇ ਵਿੱਚ ਉਹਦਾ ਅਧਿਐਨ ਕਰਨ ਦੇ ਵੱਲ ਅਸੀਂ ਰੁਚਿਤ ਹੋਏ। ਔਰ ਇਹ ਸਾਰੀ ਮਨ ਵਿੱਚ ਇੱਛਾ ਪ੍ਰਬਲ ਸੀ ਕਿ ਅਸੀਂ ਗੁਰਮਤ ਸੰਗੀਤ ਨੂੰ ਕਿਸ ਤਰ੍ਹਾਂ ਵਿਸ਼ੇ ਵਜੋਂ ਲਾਗੂ ਕਰ ਸਕਦੇ ਹਾਂ। ਔਰ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਣਾ ਮੈਨੂੰ ਨਸੀਬ ਹੋਇਆ ਤਾਂ ਉੱਥੇ ਮੈਂ ਬੇਨਤੀ ਕੀਤੀ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ ਹੋਰਾਂ ਨੂੰ ਕਿ ਗੁਰਮਤ ਸੰਗੀਤ ਦਾ ਵਿਸ਼ਾ ਅਗਰ ਸੰਗੀਤ ਵਿੱਚ ਅਸੀਂ ਇੰਟਰੋਡਿਊਸ ਕਰ ਸਕੀਏ, ਕਿਉਂਕਿ ਅਸੀਂ ਹਿੰਦੁਸਤਾਨੀ ਸੰਗੀਤ ਪੜ੍ਹਾਉਂਦੇ ਹਾਂ, ਭਾਰਤੀ ਸੰਗੀਤ ਪੜ੍ਹਾਉਂਦੇ ਹਾਂ, ਪਰ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਯੂਨੀਵਰਸਿਟੀ ਹੋਵੇ, ਅੰਮ੍ਰਿਤਸਰ ਦੀ ਪਾਵਨ ਧਰਤੀ ਹੋਵੇ ਔਰ ਫਿਰ ਗੁਰਸ਼ਬਦ ਦੀ ਗੱਲ ਨਾ ਹੋਵੇ, ਗੁਰਸ਼ਬਦ ਕੀਰਤਨ ਦੀ ਗੱਲ ਨਾ ਹੋਵੇ। ਤੇ ਅਗਰ ਤੁਸੀਂ ਮੈਨੂੰ, ਮੇਰੀ ਇੱਛਾ ਹੈ ਕਿ ਜੇ ਗੁਰੂ ਨੇ ਮੈਨੂੰ ਇਹ ਇੱਥੇ ਆ ਕੇ ਮੈਨੂੰ ਮੁਖੀ ਵਜੋਂ ਸੇਵਾ ਕਰਨ ਦਾ ਸੁਭਾਗ ਦਿੱਤਾ ਤੇ ਇਹ ਮੈਂ ਅਗਰ ਇੰਟਰੋਡਿਊਸ ਕਰ ਸਕਾਂ ਤੇ ਉਹ ਬਹੁਤ ਖੁਸ਼ ਹੋਏ ਔਰ ਉਹਨਾਂ ਨੇ ਕਿਹਾ ਕਿ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਔਰ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਕਿ ਕਿਸੇ ਤਰੀਕੇ ਦੇ ਨਾਲ ਸੰਗੀਤ ਵਿਸ਼ੇ ਵਿੱਚ ਕੁਝ ਸਬਜੈਕਟ ਜਿਹੜੇ ਨੇ ਉਹ ਗੁਰਮਤ ਸੰਗੀਤ ਦੇ ਕੁਝ ਟਾਪਿਕਸ ਜਿਹੜੇ ਨੇ ਉਹ ਪਾਏ ਜਾਣ। ਔਰ ਡਾਕਟਰ SP ਸਿੰਘ ਜੀ ਔਰ ਪ੍ਰੋਫੈਸਰ ਜਗਜੀਤ ਕੌਰ ਉਹਨਾਂ ਦੇ ਵਾਈਫ, ਇਹਨਾਂ ਸਾਰਿਆਂ ਦੇ ਉਦਮ ਦੇ ਨਾਲ ਅਸੀਂ ਇੱਕ ਹਫ਼ਤੇ ਦੇ ਵਿੱਚ ਸਾਰੇ ਜਿੰਨੇ ਵੀ ਪਾਠਕ੍ਰਮ ਨੇ ਉਹਨਾਂ ਨੂੰ ਅਸੀਂ ਰੀਡਿਜ਼ਾਈਨ ਕਰਕੇ 1/3 ਜਿਹੜਾ ਗੁਰਮਤ ਸੰਗੀਤ ਹੈ ਉਹ ਇੰਟਰੋਡਿਊਸ ਕਰ ਦਿੱਤਾ 1993 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ। ਸੋ ਉੱਥੇ ਜਿਵੇਂ ਸਾਰਾ ਕੁਝ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ ਔਰ ਗੁਰੂ ਸਾਹਿਬ ਦਾ ਆਪਣਾ ਡਿਜ਼ਾਈਨ ਹੁੰਦਾ ਹੈ, ਉਹਨਾਂ ਨੇ ਸਾਰਾ ਕੁਝ ਕਰਵਾਉਣਾ ਹੁੰਦਾ ਹੈ ਔਰ ਉਹ ਵੱਖ-ਵੱਖ ਬੰਦਿਆਂ ਨੂੰ ਚੁਣ ਲੈਂਦੇ ਨੇ, ਬਲੈਸ ਕਰ ਦਿੰਦੇ ਨੇ। ਸੋ ਇਸ ਤਰ੍ਹਾਂ ਇਹ ਸਾਰੇ ਲੋਕ ਸਾਡੇ ਨਾਲ ਜੁੜਦੇ ਗਏ ਔਰ ਉੱਥੇ ਅਸੀਂ ਗੁਰਮਤ ਸੰਗੀਤ ਦਾ ਵਿਸ਼ਾ ਲਾਗੂ ਕਰਨ ਵਿੱਚ ਕਾਮਯਾਬ ਰਹੇ। ਇਸ ਤੋਂ ਪਹਿਲਾਂ ਵੀ ਮੈਂ ਇੱਕ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਕਿ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਸੀ ਤਾਂ ਹਮੇਸ਼ਾ ਹੀ ਮਨ ਵਿੱਚ ਇਹ ਹੁੰਦਾ ਸੀ ਕਿ ਅਸੀਂ ਭਾਰਤੀ ਸੰਗੀਤ ਲਈ ਤਾਂ ਗੱਲ ਕਰਦੇ ਆ ਹੀ ਨਹੀਂ ਕਿ ਅਸੀਂ ਆਪਣੇ ਵਿਸ਼ੇ ਵਿੱਚ ਗੱਲ ਨਹੀਂ ਸੀ ਕਰਦੇ। ਸੰਗੀਤ ਵਿਸ਼ੇ ਵਿੱਚ ਵੀ ਬਹੁਤ ਸਾਰੇ ਸੈਮੀਨਾਰ ਕਰਦੇ ਸੀ, ਰਿਸਰਚ ਕਰਦੇ ਸੀ, ਪਬਲਿਕੇਸ਼ਨ ਸੀ, ਫੋਕ ਮਿਊਜ਼ਿਕ ਤੇ ਬਹੁਤ ਕੰਮ ਹੋ ਰਿਹਾ ਸੀ, ਫੋਕ ਡਾਂਸਿਸ ਤੇ ਬਹੁਤ ਕੰਮ ਹੋ ਰਿਹਾ ਸੀ। ਪਰ ਨਾਲ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਭਾਰਤੀ ਗੁਰੂ ਘਰ ਦੀ ਪਰੰਪਰਾ ਹੋਵੇ, ਗੁਰੂ ਨਾਨਕ ਸਾਹਿਬ ਦੁਆਰਾ ਵਰੋਸਾਈ ਪਰੰਪਰਾ ਹੋਵੇ ਔਰ ਰੋਜ਼ ਕੀਰਤਨ ਹੁੰਦਾ ਹੋਵੇ, ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਹੋਣ, ਐਡੀ ਵੱਡੀ ਟ੍ਰੈਡੀਸ਼ਨ ਹੋਵੇ, ਕੀਰਤਨੀਆਂ ਦਾ ਇੱਕ ਬਹੁਤ ਵੱਡਾ ਅਨਮੋਲ ਵਿਰਸਾ ਔਰ ਵਿਰਾਸਤ ਸਾਡੇ ਅੰਗ ਸੰਗ ਹੋਵੇ ਔਰ ਫਿਰ ਅਸੀਂ ਗੁਰਸ਼ਬਦ ਕੀਰਤਨ ਨੂੰ ਭਾਰਤੀ ਸੰਗੀਤ ਦੇ ਸਮਾਨਾਂਤਰ ਉਸ ਦੀ ਗੱਲ ਨਾ ਕਰ ਸਕੀਏ, ਕਰਵਾ ਸਕੀਏ ਤਾਂ ਫਿਰ ਸਾਨੂੰ ਬਹੁਤ ਮਹਿਸੂਸ ਹੁੰਦਾ ਸੀ। ਕਿਉਂਕਿ ਰਵਿੰਦਰਾ ਸੰਗੀਤ ਦੇਖੋ ਬੰਗਾਲ ਦੇ ਵਿੱਚ ਉਸ ਦੀ ਕਿੰਨੀ ਮਾਨਤਾ ਸੀ, ਮਾਨਤਾ ਹੁਣ ਵੀ ਹੈ। ਸੋ ਹਮੇਸ਼ਾ ਮਨ ਵਿੱਚ ਰਹਿੰਦਾ ਸੀ ਕਿ ਸਾਡਾ ਸੰਗੀਤ ਕਿਤੇ ਅਣਗੌਲਿਆ ਨਾ ਰਹਿ ਜਾਵੇ ਔਰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਨੂੰ ਇਸ ਨੂੰ ਪਹੁੰਚਾਉਣਾ ਚਾਹੀਦਾ। ਅਸੀਂ ਚੰਡੀਗੜ੍ਹ ਦੇ ਵਿੱਚ ਇੱਕ ਸੈਮੀਨਾਰ ਕੀਤਾ, ਉੱਥੇ ਇੱਕ ਸੁਸਾਇਟੀ ਗੁਰਮਤ ਸੰਗੀਤ ਸੇਵਾ ਸੁਸਾਇਟੀ ਸਰਦਾਰ ਮਲਕੀਤ ਸਿੰਘ ਜੰਡਿਆਲਾ, ਸਰਦਾਰ ਜਗਦੀਪ ਸਿੰਘ ਉਹਨਾਂ ਦੇ ਉਦਮ ਦੇ ਨਾਲ ਉਸ ਸੈਮੀਨਾਰ ਦੇ ਵਿੱਚ ਪ੍ਰਿੰਸੀਪਲ ਗੁਰਬਖਸ਼ ਸਿੰਘ ਜੀ ਸ਼ੇਰਗਿੱਲ ਹੋਰਾਂ ਨੂੰ ਉਚੇਚੇ ਤੌਰ ਤੇ ਬੁਲਾਇਆ ਗਿਆ, ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਜੀ ਪਹੁੰਚੇ, ਹੋਰ ਸ਼ਖਸੀਅਤਾਂ ਵੀ ਪਹੁੰਚੀਆਂ, ਡਾਕਟਰ ਜਗੀਰ ਸਿੰਘ ਜੀ, ਡਾਕਟਰ ਦਰਸ਼ਨ ਸਿੰਘ ਜੀ। ਔਰ ਉੱਥੇ ਅਸੀਂ ਬੇਨਤੀ ਕੀਤੀ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਗਰ ਗੁਰਮਤ ਸੰਗੀਤ ਦਾ ਵਿਸ਼ਾ ਤੁਸੀਂ ਇੰਟਰੋਡਿਊਸ ਕਰ ਸਕੋ ਸਕੂਲਸ ਵਿੱਚ, ਕਿਉਂਕਿ ਅਜੇ ਤੱਕ ਵੀ ਧਾਰਮਿਕ ਸਿੱਖਿਆ ਦੇ ਵਿੱਚ ਆਪਾਂ ਸਿੱਖ ਧਰਮ ਨੂੰ ਇੱਕ ਵਿਸ਼ੇ ਵਜੋਂ ਇੰਟਰੋਡਿਊਸ ਨਹੀਂ ਕਰ ਸਕੇ ਸਕੂਲਾਂ ਵਿੱਚ। ਸੋ ਪ੍ਰਿੰਸੀਪਲ ਗੁਰਬਖਸ਼ ਸਿੰਘ ਸ਼ੇਰਗਿੱਲ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਵੀ ਪ੍ਰਿੰਸੀਪਲ ਰਹੇ ਸੀ, ਖਾਲਸਾ ਕਾਲਜ ਵਿੱਚ ਵੀ ਪ੍ਰਿੰਸੀਪਲ ਰਹੇ ਸੀ ਔਰ ਬੜੀ ਅੱਛੀ ਸ਼ਖਸੀਅਤ ਸਨ। ਔਰ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਜਦੋਂ ਗੁਰਮਤ ਸੰਗੀਤ ਤੇ ਅਸੀਂ ਬਹੁਤ ਰਿਸਰਚ ਪੇਪਰ ਪੜ੍ਹਵਾਏ ਔਰ ਨਾਲ ਹੀ ਪਰਫਾਰਮੈਂਸਿਸ ਕਰਵਾਈਆਂ ਤੇ ਉਹ ਬਹੁਤ ਪ੍ਰਭਾਵਿਤ ਹੋਏ। ਔਰ ਉਹਨਾਂ ਨੇ ਉਸ ਵੇਲੇ ਮੇਰੇ ਵੱਡੇ ਵੀਰ ਡਾਕਟਰ ਜਗੀਰ ਸਿੰਘ ਜੀ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਸੰਗੀਤ ਔਰ ਪੰਜਾਬੀ ਵਿਸ਼ੇ ਦੇ ਵਿੱਚ ਉਹ ਉੱਥੇ ਡਿਪਟੀ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਸੀ। ਇਹਨਾਂ ਸਾਰਿਆਂ ਨੇ ਰਲ ਕੇ ਸਕੂਲਸ ਦੇ ਵਿੱਚ, ਪੰਜਾਬ ਦੇ ਸਕੂਲਾਂ ਵਿੱਚ ਗੁਰਮਤ ਸੰਗੀਤ ਨੂੰ ਇੱਕ ਵਿਸ਼ੇ ਵਜੋਂ ਲਾਗੂ ਕਰ ਦਿੱਤਾ। ਮੈਨੂੰ ਅੱਜ ਵੀ ਯਾਦ ਹੈ ਕਿ ਪ੍ਰਿੰਸੀਪਲ ਗੁਰਬਖਸ਼ ਸਿੰਘ ਸ਼ੇਰਗਿੱਲ ਉਹਨਾਂ ਨੇ ਕਿਹਾ ਕਿ ਮੈਂ ਤਾਂ ਸਕੂਲਾਂ ਵਿੱਚ ਇਹਨੂੰ ਲਾਗੂ ਕਰ ਦਿੱਤਾ, ਪਰ ਹੁਣ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਯੂਨੀਵਰਸਿਟੀਜ਼ ਉਹਨਾਂ ਕੋਲੋਂ ਵੀ ਇਹ ਵਿਸ਼ਾ ਇੰਟਰੋਡਿਊਸ ਕਰਵਾਓ ਤਾਂ ਮੈਂ ਤੁਹਾਨੂੰ ਮੰਨਾਂ, ਕਿਉਂਕਿ ਤੁਹਾਡੇ ਮਨ ਵਿੱਚ ਬਹੁਤ ਇਸ ਦੀ ਇੱਛਾ ਹੈ। ਸੋ ਇਸ ਲਈ ਥੋੜਾ ਜਿਹਾ ਸਰਗਰਮ ਹੋਵੋ ਤਾਂ ਕਿ ਇਹ ਗੁਰੂ ਦੀ ਜਿਹੜੀ ਵਿਦਿਆ ਹੈ
ਬਿਲਕੁਲ ਗੁਰੂ ਦੇ ਜਿਹੜਾ ਸਿੱਖਿਆ ਹੈ ਉਹ ਸਾਰੇ ਪਾਸੇ ਫੈਲੇ। ਔਰ ਉਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਪ੍ਰੋਫੈਸਰ ਕਰਤਾਰ ਸਿੰਘ ਜੀ ਗੁਰਮਤਿ ਸੰਗੀਤ ਆਚਾਰੀਆ, ਪ੍ਰੋਫੈਸਰ ਪਰਮਜੋਤ ਸਿੰਘ ਜੀ ਔਰ ਡਾਕਟਰ ਜਗੀਰ ਸਿੰਘ ਜੀ ਔਰ ਦਾਸ ਮੈਨੂੰ, ਅਸੀਂ ਚਾਰਾਂ ਨੇ ਰਲ ਕੇ ਅਸੀਂ ਦੋ ਹਫ਼ਤੇ ਲਗਾ ਕੇ ਸਾਰੇ ਸਕੂਲਸ ਦੇ ਜਿਹੜੇ ਪਾਠਕ੍ਰਮ ਸੀ ਉਹ ਤਿਆਰ ਕਰ ਦਿੱਤੇ। ਔਰ ਗੁਰਮਤਿ ਸੰਗੀਤ ਦਾ ਜਿਹੜਾ ਵਿਸ਼ਾ ਹੈ ਸਕੂਲਸ ਦੇ ਵਿੱਚ ਇਸ ਤਰ੍ਹਾਂ ਇੰਟਰੋਡਿਊਸ ਹੋ ਗਿਆ। ਸੋ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਆ, ਚਾਹੇ ਉਹ ਪੰਜਾਬੀ ਯੂਨੀਵਰਸਿਟੀ ਸੀ ਤੇ ਚਾਹੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੀ, ਉਹਦੇ ਵਿੱਚ ਅਸੀਂ ਗੁਰਮਤਿ ਸੰਗੀਤ ਨੂੰ ਸੰਗੀਤ ਵਿਸ਼ੇ ਵਿੱਚ ਇੰਟਰੋਡਿਊਸ ਕਰਨ ਵਿੱਚ ਕਾਮਯਾਬ ਹੋਏ। ਔਰ ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ 1997 ਦੇ ਵਿੱਚ ਅਸੀਂ ਗੁਰਮਤਿ ਸੰਗੀਤ ਦਾ ਇੱਕ ਜਿਹੜਾ ਵਿਸ਼ਾ ਹੈ ਉਹ ਇੰਟਰੋਡਿਊਸ ਸੁਤੰਤਰ ਰੂਪ ਵਿੱਚ ਕਰਨਾ ਚਾਹੁੰਦੇ ਸੀ, ਪਰ ਉਸ ਵੇਲੇ ਦੇ ਵਾਈਸ ਚਾਂਸਲਰ ਡਾਕਟਰ ਜੋਗਿੰਦਰ ਸਿੰਘ ਪੁਆਰ ਹੋਰਾਂ ਨੇ ਸਾਨੂੰ ਪ੍ਰੇਰਿਤ ਕੀਤਾ ਕਿ ਇਸ ਨੂੰ ਡਿਸਟੈਂਸ ਐਜੂਕੇਸ਼ਨ ਦੇ ਵਿੱਚ ਇੱਕ ਕੋਰਸ ਵਜੋਂ ਚਲਾਇਆ ਜਾਵੇ। ਔਰ ਉਸ ਵੇਲੇ ਸੰਤ ਬਾਬਾ ਸੁੱਚਾ ਸਿੰਘ ਜੀ ਨੇ 1991-92 ਦਾ ਦੁੱਤੀ ਗੁਰਮਤਿ ਸੰਗੀਤ ਸੰਮੇਲਨ ਵੀ ਕਰਵਾ ਲਿਆ ਸੀ ਔਰ ਉਸ ਨੂੰ ਡਿਪਲੋਮਾ ਇਨ ਗੁਰਮਤਿ ਸੰਗੀਤ ਅਸੀਂ ਸਟਾਰਟ ਕਰਨ ਵਿੱਚ ਕਾਮਯਾਬ ਰਹੇ। ਗੁਰਮਤਿ ਸੰਗੀਤ ਬਾਰੇ ਗੱਲ ਆਪਾਂ ਫੇਰ ਕਰਾਂਗੇ, ਤੁਸੀਂ ਮੇਰੇ ਜੀਵਨ ਬਾਰੇ ਗੱਲ ਕਰ ਰਹੇ ਹੋ। ਸੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਰਹਿੰਦਿਆਂ ਇਹ ਸਾਰੇ ਕਾਰਜ ਨਸੀਬ ਹੋਏ ਔਰ ਉਸ ਤੋਂ ਬਾਅਦ ਮਿਊਜ਼ਿਕ ਡਿਪਾਰਟਮੈਂਟ ਜਿਹੜਾ ਸੰਗੀਤ ਵਿਭਾਗ ਹੈ ਉਹ 1985 ਵਿੱਚ ਐਸਟੈਬਲਿਸ਼ ਹੋ ਗਿਆ। ਉਸ ਵਿਭਾਗ ਦਾ ਮੁਖੀ ਹੋਣ ਦਾ ਵੀ ਮੈਨੂੰ ਸੁਭਾਗ ਮਿਲਿਆ। ਔਰ ਉਸ ਤੋਂ ਬਾਅਦ ਫਿਰ 2003 ਦੇ ਵਿੱਚ ਗੁਰਮਤਿ ਸੰਗੀਤ ਚੇਅਰ ਸਥਾਪਿਤ ਹੋਈ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਬੀਬੀ ਜਸਬੀਰ ਕੌਰ ਖਾਲਸਾ ਜੀ ਦੇ ਉਦਮ ਨਾਲ। ਇਸ ਬਾਰੇ ਵੀ ਡਿਟੇਲ ਵਿੱਚ ਅਸੀਂ ਗੱਲ ਕਰਾਂਗੇ। ਉਸ ਦਾ ਵੀ ਮੁਖੀ ਹੋਣ ਦਾ ਮੈਨੂੰ ਸੁਭਾਗ ਮਿਲਿਆ। ਫਿਰ ਗੁਰਮਤਿ ਸੰਗੀਤ ਵਿਭਾਗ ਜਿਹੜਾ ਹੈ 1995 ਵਿੱਚ ਸਥਾਪਿਤ ਹੋਇਆ। ਉਸ ਦਾ ਫਾਊਂਡਰ ਪ੍ਰੋਫੈਸਰ ਹੈਡ ਵੀ ਸਤਿਗੁਰਾਂ ਦੀ ਕਿਰਪਾ ਦੁਆਰਾ ਨਸੀਬ ਹੋਇਆ। ਔਰ ਫਿਰ ਡੀਨ ਫੈਕਲਟੀ ਆਫ ਆਰਟ ਐਂਡ ਕਲਚਰ। ਫਿਰ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਤੁਹਾਡੀ ਜਦੋਂ ਸਰਵਿਸ ਹੋ ਜਾਂਦੀ ਹੈ ਤੇ ਫਿਰ ਸਾਰੇ ਹੀ ਅਹੁਦੇ ਤੁਹਾਨੂੰ ਮਿਲਦੇ ਨੇ। ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੈਂ ਜਿਸ ਵੀ ਵਾਈਸ ਚਾਂਸਲਰ ਨਾਲ ਕੰਮ ਕੀਤਾ ਕੰਮ ਕਿਉਂਕਿ ਗੁਰੂ ਦਾ ਕਰਦੇ ਸੀ ਔਰ ਸੰਗੀਤ ਦਾ ਕਰਦੇ ਸੀ, ਗੁਰਸ਼ਬਦ ਕੀਰਤਨ ਦਾ ਕਰਦੇ ਸੀ, ਉਸ ਦੀ ਬਦੌਲਤ ਸਾਰਿਆਂ ਨੇ ਹੀ ਬਹੁਤ ਇੱਜ਼ਤ ਦਿੱਤੀ, ਬਹੁਤ ਸਰਪ੍ਰਸਤੀ ਦਿੱਤੀ। ਔਰ ਚਾਹੇ ਉਹ ਸਰਦਾਰ ਸਵਰਨ ਸਿੰਘ ਜੀ ਬੂਪਾ ਰਾਏ ਵਾਈਸ ਚਾਂਸਲਰ ਰਹੇ ਜਿਨ੍ਹਾਂ ਨੇ ਗੁਰਮਤਿ ਸੰਗੀਤ ਨੂੰ ਵਿਸ਼ੇ ਵਜੋਂ ਇੰਟਰੋਡਿਊਸ ਕੀਤਾ ਪੋਸਟ ਗ੍ਰੈਜੂਏਟ ਲੈਵਲ ਤੇ, ਔਰ ਫਿਰ ਮੇਰੇ ਵੱਡੇ ਵੀਰ ਔਰ ਸਾਡੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਜੀ ਦਿੱਲੀ ਵਾਲੇ, ਉਹਨਾਂ ਨੇ ਬਹੁਤ ਸਮਾਂ ਸਾਡੀ ਯੂਨੀਵਰਸਿਟੀ ਵਿੱਚ ਸੇਵਾ ਕੀਤੀ ਔਰ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਹੈ ਸਾਨੂੰ ਸਰਪ੍ਰਸਤੀ ਪ੍ਰਦਾਨ ਕੀਤੀ। ਔਰ ਵੱਖ-ਵੱਖ ਵਿਭਾਗ ਗੁਰਮਤਿ ਸੰਗੀਤ ਦੇ ਵੱਖ-ਵੱਖ ਪ੍ਰੋਜੈਕਟ ਸਥਾਪਿਤ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਯੋਗਦਾਨ ਰਿਹਾ। ਔਰ ਉਹਨਾਂ ਦੇ ਟੈਨਿਓਰ ਦੇ ਵਿੱਚ ਹੀ ਡੀਨ ਅਲੂਮਨੀ ਰਿਲੇਸ਼ਨਸ ਔਰ ਡੀਨ ਰਿਸਰਚ ਔਰ ਫਿਰ ਡੀਨ ਅਕਾਦਮਿਕ ਦੇ ਅਹੁਦੇ ਉੱਤੇ ਰਹਿ ਕੇ ਉਸ ਤੋਂ ਬਾਅਦ ਡੀਨ ਫੈਕਲਟੀ ਆਫ ਆਰਟ ਐਂਡ ਕਲਚਰ। ਔਰ ਹੁਣ ਮੈਂ ਪਿਛਲੇ ਸਾਲ ਹੀ ਪੰਜਾਬੀ ਯੂਨੀਵਰਸਿਟੀ ਦੀ ਸੇਵਾ ਤੋਂ ਮੈਂ ਸੇਵਾ ਨਿਵਰਤ ਹੋਇਆ, ਰਿਟਾਇਰਮੈਂਟ ਲਈ ਹੈ। ਔਰ ਇਸ ਵੇਲੇ ਮੈਂ ਸਾਰੀ ਦੁਨੀਆ ਦੇ ਵਿੱਚ ਵਿਚਰ ਰਿਹਾ, ਜਿੱਥੇ ਪਟਿਆਲਾ ਦੇ ਵਿੱਚ ਔਰ ਉਹਦੇ ਨਾਲ ਹੀ US ਔਰ ਕੈਨੇਡਾ ਦੇ ਵਿੱਚ ਜਿਹੜੇ ਬੱਚੇ ਨੇ ਉਹ ਕੈਨੇਡਾ ਦੇ ਵਿੱਚ ਨੇ। ਔਰ ਇਸ ਕਰਕੇ ਸਾਰੀ ਜਗ੍ਹਾ ਦੇ ਉੱਤੇ ਆਉਣਾ ਜਾਣਾ ਨਸੀਬ ਹੁੰਦਾ ਹੈ। ਔਰ ਪੰਜਾਬੀ ਯੂਨੀਵਰਸਿਟੀ ਵੱਲੋਂ ਅਸੀਂ ਅੱਜ ਇੱਥੇ ਗੁਰਮਤਿ ਸੰਗੀਤ ਵਿਭਾਗ, ਗੁਰਮਤਿ ਸੰਗੀਤ ਚੇਅਰ, ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਸਥਾਪਿਤ ਕੀਤਾ। ਉੱਥੇ ਨਾਲ ਹੀ ਅਸੀਂ ਜਿਹੜਾ ਹੈ ਆਪਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਸੈਂਟਰ ਨੇ ਉਹ ਵੀ ਸਥਾਪਿਤ ਕੀਤੇ ਨੇ। ਔਰ ਮੈਨੂੰ ਇੱਥੇ ਮੈਂ ਉਚੇਚੇ ਤੌਰ ਤੇ ਪਰਿਵਾਰਕ ਜਿਹੜਾ ਸੀ ਉਹਦੇ ਵਿੱਚ ਮੈਂ ਸਭ ਤੋਂ ਵੱਡਾ ਜਿਹੜਾ ਹੈ ਯੋਗਦਾਨ ਹੈ ਉਹ ਮੈਂ ਆਪਣੇ ਮੇਰੀ ਸੁਪਤਨੀ ਡਾਕਟਰ ਅੰਮ੍ਰਿਤਪਾਲ ਕੌਰ ਜੀ ਉਹਨਾਂ ਦਾ ਮੈਂ ਇਸ ਕਰਕੇ ਕਹਿਣਾ ਚਾਹਾਂਗਾ ਕਿ ਜਦੋਂ ਉਹਨਾਂ ਨਾਲ ਸਤਿਗੁਰੂ ਦੀ ਕਿਰਪਾ ਦੁਆਰਾ ਸਾਨੂੰ ਸਾਥ ਨਸੀਬ ਹੋਇਆ ਤੇ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਰਹਿੰਦਿਆਂ ਉਹਨਾਂ ਨੇ ਜਿੱਥੇ ਪੰਜਾਬੀ ਯੂਨੀਵਰਸਿਟੀ ਦੀ ਸੇਵਾ ਕੀਤੀ ਉੱਥੇ ਗੁਰਮਤਿ ਸੰਗੀਤ ਦੀ ਬਹੁਤ ਸੇਵਾ ਕੀਤੀ। ਔਰ ਗੁਰਮਤਿ ਸੰਗੀਤ ਦੇ ਜਿੰਨੇ ਵੀ ਅਸੀਂ ਪ੍ਰੋਜੈਕਟ ਕਰਨ ਦੇ ਵਿੱਚ ਕਾਮਯਾਬ ਹੋਏ ਉਹਨਾਂ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਔਰ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਖੁਦ ਡੀਨ ਨੇ। ਔਰ ਜਿਹੜਾ ਸਾਡਾ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਹੈ ਉਸ ਦੇ ਵਿੱਚ ਉਹ ਬਤੌਰ ਡਾਇਰੈਕਟਰ ਵੀ ਸੇਵਾ ਨਿਭਾ ਰਹੇ ਨੇ। ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿੱਚ ਵੀ ਬਤੌਰ ਪ੍ਰੋਫੈਸਰ ਸੇਵਾ ਨਿਭਾ ਰਹੇ ਨੇ। ਔਰ ਇਹਦੇ ਨਾਲ ਹੀ ਭਾਈ ਵੀਰ ਸਿੰਘ ਚੇਅਰ ਜਿਹੜੀ ਹੈ ਪੰਜਾਬੀ ਯੂਨੀਵਰਸਿਟੀ ਵਿੱਚ ਉਸ ਦੇ ਵੀ ਉਹ ਮੁਖੀ ਨੇ। ਔਰ ਇਹਨੇ ਅਹੁਦਿਆਂ ਉੱਤੇ ਰਹਿੰਦਿਆਂ ਹੋਇਆਂ ਵੀ ਉਹਨਾਂ ਦੇ ਮਨ ਵਿੱਚ ਹਮੇਸ਼ਾ ਗੁਰਮਤਿ ਸੰਗੀਤ ਨੂੰ ਜੋ ਸਾਡੇ ਸਾਰੇ ਪਰਿਵਾਰਕ ਟ੍ਰੈਡੀਸ਼ਨ ਹੈ ਉਸ ਨੂੰ ਪ੍ਰਮੋਟ ਕਰਨ ਵਿੱਚ ਔਰ ਉਸ ਦੇ ਵਿੱਚ ਇੱਕ
ਖੋਜ, ਇੱਕ ਰਿਸਰਚਰ ਦੇ ਤੌਰ ਤੇ, ਇੱਕ ਸੰਗੀ ਦੇ ਤੌਰ ਤੇ, ਸਾਥੀ ਦੇ ਤੌਰ ਤੇ ਔਰ ਇੱਕ ਡਾਇਰੈਕਟਰ ਦੇ ਤੌਰ ਤੇ ਨਿਰੰਤਰ ਉਹ ਸੇਵਾ ਕਰ ਰਹੇ ਨੇ। ਔਰ ਇਹ ਤਾਂ ਹੀ ਸਾਰਾ ਕੁਝ ਜਿਹੜਾ ਹੈ ਉਹ ਸੰਭਵ ਹੋ ਰਿਹਾ ਹੈ। ਇਹਦੇ ਬਾਰੇ ਵਿਸਥਾਰ ਸਹਿਤ ਆਪਾਂ ਫਿਰ ਗੱਲ ਕਰਾਂਗੇ, ਪਰ ਇਹ ਜੋ ਇੱਕ ਅਕਾਦਮਿਕ ਤੌਰ ਤੇ ਜੋ ਜੀਵਨ ਯਾਤਰਾ ਚੱਲ ਰਹੀ ਸੀ, ਉਸ ਵਿੱਚ ਉਹਨਾਂ ਦਾ ਆਉਣਾ ਔਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸਾਥ ਦੇਣਾ, ਜੀਵਨ ਵਿੱਚ ਸਾਥ ਦੇਣਾ, ਅਕਾਦਮਿਕ ਤੌਰ ਤੇ ਸਾਥ ਦੇਣਾ ਔਰ ਸਖਤ ਮਿਹਨਤ ਕਰਨਾ ਉਹ ਨਸੀਬ ਹੋਇਆ ਡਾਕਟਰ ਅੰਮ੍ਰਿਤਪਾਲ ਕੌਰ ਹੋਰਾਂ ਦੀ ਮਿਹਨਤ ਸਦਕਾ। ਡਾਕਟਰ ਸਾਹਿਬ, ਬਹੁਤ ਵੱਡਾ ਐਨਸਾਈਕਲੋਪੀਡੀਆ ਹੈ ਇਸ ਜੀਵਨ ਦਾ ਆਪਦਾ। ਦਿਲ ਨਹੀਂ ਕਰਦਾ ਕਿ ਮੈਂ ਕੁਛ ਅੱਗੇ ਪੁੱਛਾਂ, ਪਰ ਇੱਕ ਚੀਜ਼ ਜਿੱਥੇ ਮੈਂ ਬਹੁਤ ਮਾਣ, ਆਪਾਂ ਐਜ਼ ਅ ਸਿੱਖ ਹੋਣ ਦੇ ਨਾਤੇ ਆਪਾਂ ਮਾਣ ਮਹਿਸੂਸ ਕਰੀਦਾ ਕਿ ਜਿੱਥੇ ਆਪ ਜੀ ਇੰਡੀਆ ਦੀ ਗੱਲ ਕਰ ਰਹੇ, ਸੁਖ ਮੈਂ ਪੜ੍ਹ ਰਿਹਾ ਸੀ, ਆਪ ਜੀ ਸਾਰੇ USA, UK ਵਿੱਚ ਆਕਸਫੋਰਡ ਯੂਨੀਵਰਸਿਟੀ ਤੱਕ ਆਪ ਜੀ ਦੀ ਜੋ ਮਿਹਨਤ ਕੀਤੀ ਹੈ ਉਹ ਵੀ ਇੱਥੇ ਸਾਂਝ ਪੈ ਰਹੀ ਹੈ। ਉਹਦੀ ਵੀ ਥੋੜੀ ਜਿਹੀ ਸੰਗਤਾਂ ਦੇ ਨਾਲ ਸਾਂਝ ਪਾ ਦਿਓ। ਇਹ ਸਾਰਾ ਕੁਝ ਤਾਂ ਹੀ ਸੰਭਵ ਹੈ ਜੇ ਤੁਸੀਂ ਅੱਛੇ ਸੰਗੀਤ ਉਸਤਾਦਾਂ ਦੇ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਹੋਵੇ, ਕਿਉਂਕਿ ਅਕਾਦਮਿਕ ਤੌਰ ਤੇ ਤਾਂ ਜੋ ਮੇਰੀ ਯੋਗਤਾ ਹੈ ਉਹ ਤੇ ਹੈ ਹੀ ਹੈ, ਪਰ ਜੋ ਸੰਗੀਤ ਦੀ ਦਾਤ ਗੁਰਮਤਿ ਸੰਗੀਤ ਆਚਾਰੀਆ ਪ੍ਰੋਫੈਸਰ ਤਾਰਾ ਸਿੰਘ ਜੀ ਤੋਂ ਪ੍ਰਾਪਤ ਹੋਈ ਸੀ ਨਾ ਜੀ, ਉਹ ਉਸ ਤੋਂ ਬਾਅਦ ਮੈਨੂੰ ਹੋਰ ਵੀ ਬਹੁਤ ਉਸਤਾਦ ਜਿਹੜੇ ਸੀ ਉਹਨਾਂ ਨੇ ਟ੍ਰੇਨਡ ਕੀਤਾ ਵੱਖ-ਵੱਖ ਘਰਾਣਿਆਂ ਦੇ। ਉਹਨਾਂ ਵਿੱਚ ਮੈਂ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ, ਕਿਉਂਕਿ ਮੈਨੂੰ ਸਾਥ ਪਹਿਲੇ ਉਹ ਆਪਣੇ ਸਿੱਖ ਭਾਈਚਾਰੇ ਦੇ ਵਿੱਚੋਂ ਪਦਮ ਸ਼੍ਰੀ ਉਸਤਾਦ ਸੋਹਣ ਸਿੰਘ ਜੀ, ਸ਼ਾਇਦ ਤੁਸੀਂ ਉਹਨਾਂ ਦਾ ਨਾਮ ਸੁਣਿਆ ਹੋਵੇ ਜੀ। ਆਗਰਾ ਘਰਾਣਾ ਦੇ ਆਫਤਾਬੇ ਮੌਸੀਕੀ ਉਸਤਾਦ ਫਯਾਜ਼ ਖਾਨ ਸਾਹਿਬ ਤੋਂ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਸੀ। ਅੱਛਾ। ਔਰ ਬਹੁਤ ਵੱਡੇ ਗਾਇਕ ਸੀ ਸ਼ਾਸਤਰੀ ਸੰਗੀਤ ਦੇ, ਕਲਾਸੀਕਲ ਮਿਊਜ਼ਿਕ ਦੇ, ਉਹਨਾਂ ਨਾਲ ਬਹੁਤ ਮੈਨੂੰ ਸਾਥ ਕਰਨ ਦਾ ਨਸੀਬ ਹੋਇਆ। ਉਹਨਾਂ ਤੇ ਫਿਰ ਇੱਕ ਕਿਤਾਬ ਵੀ ਮੈਂ ਐਡਿਟ ਕੀਤੀ ਸੀ ਪਦਮ ਸ਼੍ਰੀ ਸਰਦਾਰ ਸੋਹਣ ਸਿੰਘ ਜੀ ਦੇ ਉੱਤੇ। ਓਕੇ। ਉਸ ਤੋਂ ਬਾਅਦ ਪਟਿਆਲਾ ਘਰਾਣਾ, ਪਟਿਆਲੇ ਵਿੱਚ ਰਹੇ, ਕਿਉਂਕਿ ਤੋਂ ਪਟਿਆਲੇ ਵਿੱਚ ਉਸਤਾਦ ਬਾਕਰ ਹੁਸੈਨ ਖਾਨ ਸਾਹਿਬ, ਸਾਡੇ ਮਨ ਵਿੱਚ ਤਾਂਘ ਹੁੰਦੀ ਸੀ ਕਿ ਪਾਰਟੀਸ਼ਨ ਤੋਂ ਬਾਅਦ ਪਟਿਆਲੇ ਵਿੱਚ ਪਟਿਆਲੇ ਘਰਾਣੇ ਦੇ ਉਹ ਗਾਇਕ ਨਹੀਂ ਰਹੇ, ਪਾਕਿਸਤਾਨ ਚਲੇ ਗਏ, ਪਰ ਪਟਿਆਲੇ ਘਰਾਣੇ ਦਾ ਇੱਕ ਨਾਮ ਸੀ। ਸੋ ਨਾਰਥ ਜ਼ੋਨ ਕਲਚਰ ਸੈਂਟਰ ਨੂੰ ਕਹਿ ਕੇ ਅਸੀਂ ਉਚੇਚੇ ਤੌਰ ਤੇ ਉਸਤਾਦ ਬਾਕਰ ਹੁਸੈਨ ਖਾਨ ਸਾਹਿਬ ਨੂੰ ਪਟਿਆਲੇ ਬੁਲਾਇਆ ਔਰ ਮੈਂ ਖੁਦ ਵੀ ਉਹਨਾਂ ਦੀ ਸ਼ਾਗਿਰਦੀ ਕੀਤੀ, ਉਹਨਾਂ ਕੋਲੋਂ ਸਿੱਖਿਆ ਔਰ ਸਾਰੇ ਹੋਰ ਲੋਕਾਂ ਨੂੰ ਵੀ ਪ੍ਰੇਰਿਆ ਕਿ ਆਪਾਂ ਪਟਿਆਲੇ ਘਰਾਣੇ ਦੀ ਗਾਇਕੀ ਨੂੰ ਅੱਗੇ ਲੈ ਕੇ ਚੱਲੀਏ ਔਰ ਇਹਨਾਂ ਬਜ਼ੁਰਗਾਂ ਦੀ ਸੰਭਾਲ ਕਰੀਏ ਔਰ ਇਹਨਾਂ ਦੀ ਸਰਪ੍ਰਸਤੀ ਪ੍ਰਦਾਨ ਕਰੀਏ ਸੰਗੀਤ ਵਿੱਚ। ਇਸੇ ਤਰ੍ਹਾਂ ਹੀ CM ਧਵਨ ਆਗਰਾ ਘਰਾਣਾ ਦੇ, ਉਹਨਾਂ ਕੋਲੋਂ ਵਿਦਿਆ ਪ੍ਰਾਪਤ, ਸੰਗੀਤ ਸਿੱਖਿਆ ਪ੍ਰਾਪਤ ਹੋਈ। ਔਰ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਜੀ ਕਰੀਬ ਬਹੁਤ ਗੁਣੀ ਇਨਸਾਨ ਸੀਗੇ ਔਰ ਬੜੇ ਪ੍ਰਿੰਸੀਪਲ ਰਹੇ ਔਰ ਸੰਗੀਤ ਦੇ ਵਿਭਾਗਾਂ ਦੇ ਮੁਖੀ ਵੀ ਰਹੇ, ਵਿਦਵਾਨ ਸੀਗੇ ਔਰ ਉਹਨਾਂ ਦੇ ਕੋਲੋਂ ਵੀ ਸੰਗੀਤ ਸਿੱਖਿਆ। ਮੈਂ ਜਦੋਂ ਰੇਡੀਓ ਸਟੇਸ਼ਨ ਉੱਤੇ ਆਡੀਸ਼ਨ ਦੇਣਾ ਸੀ ਤਾਂ ਉਹਨਾਂ ਨੇ ਮੈਨੂੰ ਤਾਲੀਮ ਦਿੱਤੀ ਔਰ ਰੇਡੀਓ ਸਟੇਸ਼ਨ ਵਿੱਚ ਮੈਂ ਕਲਾਸੀਕਲ ਮਿਊਜ਼ਿਕ ਦੇ ਵਿੱਚ ਪ੍ਰਵਾਨਿਤ ਕਲਾਕਾਰ ਹੋਇਆ। ਇਹ ਸਾਰਾ ਕਾਰਜ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਵੱਖ-ਵੱਖ ਮਾਧਿਅਮ ਪ੍ਰਵਰਤਨ ਸਕੀਮ ਅਧੀਨ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਜਿਹੜੀਆਂ ਪੁਸਤਕਾਂ ਨੇ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤੀਆਂ ਨੇ ਸੰਗੀਤ ਵਿਸ਼ੇ ਦੇ ਵਿੱਚ, ਉਹ ਪ੍ਰਕਾਸ਼ਿਤ ਕੀਤੀਆਂ, ਡਿਫਰੈਂਟ ਪ੍ਰੋਜੈਕਟ ਕੀਤੇ ਔਰ ਇਹਦੇ ਨਾਲ ਹੀ ਗੁਰਮਤਿ ਸੰਗੀਤ ਟਰਮੀਨੋਲੋਜੀ ਬਣਾਈ ਔਰ ਕੋਸ਼ ਬਣਾਏ। ਇਹ ਸਾਰਾ ਕੁਝ ਜਦੋਂ ਅਸੀਂ ਕਰ ਰਹੇ ਸੀ ਤਾਂ ਇਹ ਅੰਤਰਰਾਸ਼ਟਰੀ ਪੱਧਰ ਉੱਤੇ ਇਸ ਦੀ ਕਾਫੀ ਚਰਚਾ ਹੋਈ ਕਿ ਪੰਜਾਬੀ ਯੂਨੀਵਰਸਿਟੀ ਨੇ ਗੁਰਮਤਿ ਸੰਗੀਤ ਨੂੰ ਮਾਨਤਾ ਦੇ ਕੇ ਜਿੱਥੇ ਥਿਓਰੈਟੀਕਲੀ ਬਹੁਤ ਕੰਮ ਕਰ ਰਹੀ ਹੈ, ਰਿਸਰਚ ਕਰ ਰਹੀ ਹੈ, ਉੱਥੇ ਪ੍ਰੈਕਟੀਕਲੀ ਵੀ ਆਉਣ ਵਾਲੀ ਜਨਰੇਸ਼ਨ ਨੂੰ ਸਿਖਾ ਰਹੀ ਹੈ। ਤਾਂ ਆਕਸਫੋਰਡ ਨੇ ਵੀ ਸਾਡੇ ਜਿਹੜੀਆਂ ਰਾਈਟਿੰਗਸ ਨੇ ਸਿੱਖ ਮਿਊਜ਼ਿਕ ਦੇ ਉੱਪਰ ਉਹ ਪ੍ਰਕਾਸ਼ਿਤ ਕੀਤੀਆਂ ਔਰ ਇਸ ਵੇਲੇ ਜਿਹੜਾ ਇਹ ਵਿਸ਼ਾ ਹੈ ਐਲੀਮੈਂਟਰੀ ਤੋਂ ਲੈ ਕੇ ਸਕੂਲਸ ਦੇ ਵਿੱਚ ਕਹਿ ਲਓ, ਕਾਲਜਸ ਦੇ ਵਿੱਚ, ਯੂਨੀਵਰਸਿਟੀਜ਼ ਵਿੱਚ ਔਰ ਆਨਲਾਈਨ ਡਿਸਟੈਂਸ ਐਜੂਕੇਸ਼ਨ ਰੈਗੂਲਰ ਔਰ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਇੱਕ ਸਬਜੈਕਟ ਦੇ ਤੌਰ ਤੇ ਅਸੀਂ ਇਸ ਨੂੰ ਟੀਚ ਕਰ ਰਹੇ ਹਾਂ ਔਰ ਗੁਰੂ ਦੀ ਕਿਰਪਾ ਦੁਆਰਾ ਹਰ ਥਾਂ ਤੇ ਗੁਰੂ ਦੀ ਜਿਹੜੀ ਕੀਰਤੀ ਹੈ, ਗੁਰਸ਼ਬਦ ਕੀਰਤਨ ਦੀ ਜਿਹੜੀ ਗੱਲ ਹੈ, ਸਿੱਖ ਸੰਗੀਤ ਦੀ ਗੱਲ ਹੈ, ਉਹ ਹਰ ਥਾਂ ਤੇ ਉਸ ਦਾ ਪਸਾਰਾ ਹੋ ਰਿਹਾ। ਇਹ ਬਹੁਤ ਅਪਾਰ ਬਖਸ਼ਿਸ਼ ਹੈ ਔਰ ਇਹਦੇ ਨਾਲ ਹੀ ਮੈਂ ਇੱਕ ਹੋਰ ਗੱਲ ਕਰਨਾ ਚਾਹਾਂਗਾ ਕਿ ਵਿਦਿਆਰਥੀ ਸਾਡੇ ਬਹੁਤ ਮਿਹਨਤ ਕਰ ਰਹੇ ਨੇ ਜੀ। ਵਿਦਿਆਰਥੀ ਜਿੱਥੇ ਭਾਰਤ ਦੇ ਵਿੱਚ ਬਹੁਤ ਕੰਮ ਕਰ ਰਹੇ ਨੇ, ਉੱਥੇ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਕੰਮ ਕਰ ਰਹੇ ਨੇ। ਉਹਨਾਂ ਬਾਰੇ ਵੀ ਆਪਾਂ ਜ਼ਿਕਰ ਕਰਾਂਗੇ ਕਿ ਕਿਸ ਤਰ੍ਹਾਂ ਉਹ ਇੱਥੇ ਵਿਦੇਸ਼ਾਂ ਵਿੱਚ ਕਿੱਥੇ ਕੰਮ ਕਰ ਰਹੇ ਨੇ ਔਰ ਕੀ ਕੰਮ ਕਰ ਰਹੇ ਨੇ। ਆਪਣੇ ਆਪ ਦੇ ਵਿੱਚ ਸੁਤੰਤਰ ਵਿਸ਼ਾ ਹੈ। ਸੋ ਪਰ ਇਹ ਜਿਹੜਾ ਅਕਾਦਮਿਕ ਤੌਰ ਤੇ ਪ੍ਰਕਾਸ਼ਨਾਵਾਂ ਦਾ ਜਿਹੜਾ ਕਾਰਜ ਹੈ ਉਹ ਜਿੱਥੇ ਪੰਜਾਬੀ ਯੂਨੀਵਰਸਿਟੀ ਨੇ ਕੀਤਾ, ਉੱਥੇ ਨਾਲ ਹੀ ਆਕਸਫੋਰਡ ਔਰ ਹੋਰ ਸੰਸਥਾਵਾਂ ਨੇ, ਵੱਡੇ ਪਬਲਿਸ਼ਰਸ ਨੇ ਗੁਰਮਤਿ ਸੰਗੀਤ ਦੇ ਉੱਤੇ ਪਬਲੀਕੇਸ਼ਨਸ ਕਰਕੇ
ਗੁਰੂ ਗੁਰਸ਼ਬਦ ਕੀਰਤਨ ਦੇ ਸੁਨੇਹੇ ਨੂੰ, ਗੁਰਮਤਿ ਸੰਗੀਤ ਦੇ ਸੁਨੇਹੇ ਨੂੰ, ਸਿੱਖ ਸੰਗੀਤ ਦੇ ਸੁਨੇਹੇ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਣ ਵਿੱਚ ਸਾਡਾ ਸਾਥ ਦਿੱਤਾ। ਇਸ ਨੂੰ ਫਿਰ ਅਗੇਨ ਮੈਂ ਤੁਹਾਡੇ ਸ਼ਬਦਾਂ ਵਿੱਚ ਇਹੀ ਕਹਾਂਗਾ ਕਿ ਗੁਰੂ ਸਾਹਿਬ ਦੀ ਸਾਡੇ ਤੇ ਸਾਰਿਆਂ ਤੇ ਅਪਾਰ ਬਖਸ਼ਿਸ਼ ਹੈ। ਡਾਕਟਰ ਸਾਹਿਬ ਜੀ, ਇੱਕ ਚੀਜ਼ ਆਪਾਂ ਸਾਰੇ ਜਿੱਥੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਗੁਰਸਿੱਖ ਘਰਾਣੇ ਵਿੱਚ ਆਪਾਂ ਨੇ ਜਨਮ ਹੋਏ ਨੇ, ਗੁਰਸਿੱਖੀ ਜੀਵਨ ਆਪਾਂ ਸਾਰੇ ਬਤੀਤ ਕਰਦੇ ਹਾਂ। ਗੁਰੂ ਮਹਾਰਾਜ ਨੇ ਸਿੱਖਾਂ ਨੂੰ ਇੱਕ ਬਹੁਤ ਵੱਡੀ ਦੇਣ ਮਾਲਕ ਨੇ ਬਖਸ਼ੀ ਕਿ ਆਪਾਂ ਨੂੰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਵਾਸਤੇ ਹਮੇਸ਼ਾ ਦੀ ਲਈ ਮਾਲਕ ਨੇ ਬਖਸ਼ ਦਿੱਤੇ। ਹਰ ਸਿੱਖ ਜੋ ਮਰਜੀ ਮਾਲਕ ਦੇ ਚਰਨਾਂ ਚ ਮੰਗ ਲੈ, ਮਾਲਕ ਰਹਿਮਤ ਕਰਦੇ ਨੇ। ਦੂਜੀ ਮਾਲਕ ਨੇ ਜੋ ਸਾਨੂੰ ਇੱਕ ਕੀਰਤਨ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਹੈ। ਕੀਰਤਨ ਚਾਹੇ ਕਿਸੇ ਨੂੰ ਗਿਆਨ ਹੋਵੇ ਚਾਹੇ ਨਾ ਹੋਵੇ, ਜਦੋਂ ਉਹ ਕੀਰਤਨ ਆਪਣੇ ਕੰਨਾਂ ਵਿੱਚ ਆਪਾਂ ਸਰਵਣ ਕਰਦੇ ਹਾਂ, ਉਹ ਇੱਕ ਚੀਜ਼ ਮਨ ਨੂੰ ਛੂੰਹਦੀ ਹੈ। ਜਿੰਨਾ ਮਰਜੀ ਆਪਾਂ, ਕਿਉਂਕਿ ਹਰ ਇੱਕ ਦੀ ਆਪੋ ਆਪਣਾ ਲੈਵਲ ਹੈ, ਮੇਰੇ ਅੱਗੇ ਬਹੁਤ ਮੂਰਖ ਹਨ ਜਿਹਨਾਂ ਨੂੰ ਸੋਝੀ ਨਹੀਂ ਹੈ, ਪਰ ਉਹ ਕੀਰਤਨ ਐਸਾ ਇੱਕ ਮਨ ਨੂੰ, ਜਿਸ ਤਰ੍ਹਾਂ ਆਪਾਂ ਦਰਬਾਰ ਸਾਹਿਬ ਦੀ ਗੱਲ ਜਦੋਂ ਕਰਦੇ ਹਾਂ ਕਿ ਜਦੋਂ ਹੀ ਆਪਾਂ ਪ੍ਰਕਰਮਾਂ 'ਚ ਪਹੁੰਚਦੇ ਹਾਂ ਤੇ ਜਦੋਂ ਕੀਰਤਨ ਕੰਨਾਂ 'ਚ ਪੈਂਦਾ ਹੈ ਤੇ ਮਨ ਦੀ ਅਵਸਥਾ ਹਰ ਇੱਕ ਨੂੰ ਪਤਾ ਲੱਗਦੀ ਕਿ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ, ਮਾਲਕ ਦੇ ਦਰ ਤੇ ਹੈ ਤੇ ਕੋਈ ਝੋਲੀ ਵਿੱਚ ਪੈ ਗਿਆ। ਆਪ ਜੀ ਵੀ ਜ਼ਰੂਰ, ਕਿਉਂਕਿ ਆਪ ਜੀ ਨੇ ਸਾਰਾ ਜੀਵਨ ਗੁਰਮਤਿ ਸੰਗੀਤ ਕੀਰਤਨ ਤੇ ਆਪਣਾ ਜੀਵਨ ਸਾਰਾ ਆਧਾਰਿਤ ਕੀਤਾ ਹੈ। ਥੋੜਾ ਜਿਹਾ ਕਿਉਂਕਿ ਜੋ ਆਪਾਂ ਨੂੰ ਸਿੱਖਾਂ ਨੂੰ ਵਿਰਸੇ ਵਿੱਚ ਇਹ ਚੀਜ਼ ਮਿਲੀ ਹੈ, ਜਿਸ ਤਰ੍ਹਾਂ ਆਪ ਜੀ ਦਾ ਪ੍ਰਚਾਰ ਕਰ ਰਹੇ ਹੋ ਗੁਰਮਤਿ ਸੰਗੀਤ ਦੇ ਨਾਲ, ਆਪ ਜੀ ਨੇ ਜਿਸ ਨੂੰ ਆਪਾਂ ਅਗਲੇ ਐਪੀਸੋਡ 'ਚ ਗੱਲ ਕਰਨੀ ਹੈ ਕਿ ਇਹ ਸਾਡਾ ਗਹਿਣਾ ਹੈ, ਸਾਨੂੰ ਮਾਲਕ ਨੇ ਬਹੁਤ ਵੱਡੀ ਦਾਤ ਬਖਸ਼ੀ ਹੈ। ਆਪ ਜੀ ਜ਼ਰੂਰ ਇੱਥੇ ਸਾਡੀ ਸੰਗਤ ਦਾ ਸਾਥ ਪਾਓ। ਹਾਂ, ਇਸ ਬਾਰੇ ਮੈਂ ਤੇ ਇਹੀ ਕਹਾਂਗਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਸੁਨੇਹਾ ਕੀਰਤਨ ਰਾਹੀਂ ਸਾਰੀ ਲੁਕਾਈ ਨੂੰ, ਸਾਰੀ ਮਾਨਵਤਾ ਨੂੰ ਦਿੱਤਾ, ਔਰ ਇਸੇ ਕਰਕੇ ਹੀ ਉਹਨਾਂ ਨੇ ਸਾਰੀ ਬਾਣੀ ਜਿਹੜੀ ਹੈ, ਆਪਣੀ ਬਾਣੀ ਵੀ ਉਹਨਾਂ ਨੇ ਵੱਖ-ਵੱਖ ਰਾਗਾਂ ਵਿੱਚ, ਅਸੀਂ ਦੇਖੋ ਆਪਣੇ ਸਿੱਖ ਸੋਰਸਿਸ ਤੋਂ ਸਾਨੂੰ ਕਿੰਨੇ ਹਵਾਲੇ ਮਿਲਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਉਦਾਸੀਆਂ ਦੇ ਵਿੱਚ ਵਿਚਰੇ ਤਾਂ ਭਾਈ ਮਰਦਾਨਾ ਜੀ ਉਹਨਾਂ ਦੇ ਸੰਗੀ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਰਬਾਬ ਸਾਜ਼ ਨੂੰ ਨਾਲ ਲੈਣਾ, ਔਰ ਜਿਸ ਜਗ੍ਹਾ ਤੇ ਵੀ ਗਏ ਉੱਥੇ ਜਾ ਕੇ ਉਹਨਾਂ ਨੇ ਕੀਰਤਨ ਦੇ ਰਾਹੀਂ, ਸ਼ਬਦ ਰਾਹੀਂ ਸਾਰਿਆਂ ਨੂੰ ਉਪਦੇਸ਼ ਦਿੱਤਾ, ਔਰ ਕੀਰਤਨ ਨੂੰ ਸਾਡੇ ਜੀਵਨ ਦਾ ਅਨਿੱਖੜ ਅੰਗ ਬਣਾਇਆ। ਔਰ ਜਿੰਨੀ ਸਾਡੀ ਬਾਣੀ ਹੈ ਵੱਖ-ਵੱਖ ਰਾਗਾਂ ਦੇ ਵਿੱਚ ਉਹਨਾਂ ਨੇ ਨਿਰਧਾਰਿਤ ਕੀਤੀ, ਔਰ ਹਰ ਸ਼ਬਦ ਦੇ ਉੱਪਰ ਉਹਨਾਂ ਨੇ ਰਾਗ ਦਾ ਸਿਰਲੇਖ ਦਿੱਤਾ। ਆਪ ਜੀ ਨੇ ਬਿਲਕੁਲ ਠੀਕ ਫਰਮਾਇਆ ਕਿ ਸ਼ਬਦ ਕੀਰਤਨ ਜਿਹੜਾ ਹੈ ਉਹ ਸਾਨੂੰ ਸਾਰਿਆਂ ਨੂੰ ਬਹੁਤ ਅਪਾਰ ਬਖਸ਼ਿਸ਼ ਦੁਆਰਾ ਨਸੀਬ ਹੋਇਆ, ਔਰ ਸ਼ਬਦ ਕੀਰਤਨ ਬਾਣੀ ਇੱਕ ਮੇਘਲੇ ਵਾਂਗੂ ਵਰਤਦੀ ਹੈ, ਔਰ ਸਾਰਿਆਂ ਦੇ ਮਨਾਂ ਨੂੰ ਠਾਰਦੀ ਹੈ, ਔਰ ਸਾਰਿਆਂ ਨੂੰ ਗਿਆਨ ਦਾ ਜਿਹੜਾ ਪ੍ਰਕਾਸ਼ ਹੈ ਕਰਵਾਉਂਦੀ ਹੈ। ਇਸ ਦੇ ਵਿੱਚ ਇਹਦਾ ਕਲਾਤਮਕ ਪੱਖ ਵੀ ਬਹੁਤ ਵੱਡਾ ਹੈ ਜੀ, ਕਲਾਤਮਕ ਪੱਖ ਵੀ ਬਹੁਤ ਵੱਡਾ ਹੈ, ਪਰ ਅਧਿਆਤਮਿਕ ਪੱਖ ਵੀ ਇਸ ਦਾ ਬਹੁਤ ਵੱਡਾ ਹੈ। ਔਰ ਗੁਰੂ ਸਾਹਿਬ ਦੀ ਸਾਡੇ ਤੇ ਅਪਾਰ ਬਖਸ਼ਿਸ਼ ਹੈ ਕਿ ਸਿੱਖੀ ਜੀਵਨ ਦਾ ਕੋਈ ਵੀ ਐਸਾ ਪਲ ਅਵਸਰ ਨਹੀਂ ਜੋ ਸ਼ਬਦ ਕੀਰਤਨ ਤੋਂ ਬਿਨਾਂ ਹੋਵੇ, ਔਰ ਸ਼ਬਦ ਕੀਰਤਨ ਹਮੇਸ਼ਾ ਸਾਡੇ ਅੰਗ ਸੰਗ ਗੁਰੂ ਸਾਹਿਬ ਨੇ ਕਰ ਦਿੱਤਾ। ਔਰ ਅਸੀਂ ਗੁਰੂ ਗ੍ਰੰਥ ਸਾਹਿਬ ਸਾਡੇ ਸਾਰੇ ਸੰਗੀਤਮਈ, ਸਾਰੇ ਰਾਗਮਈ, ਔਰ ਫਿਰ ਦੇਖੋ ਦਰਬਾਰ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਦਰਬਾਰ ਸਾਹਿਬ ਦੇ ਵਿੱਚ ਜਦੋਂ ਪੋਥੀ ਸਾਹਿਬ ਦਾ ਪ੍ਰਕਾਸ਼ ਨਹੀਂ ਵੀ ਸੀ, ਉਸ ਵੇਲੇ ਵੀ ਗੁਰੂ ਅਰਜਨ ਪਾਤਸ਼ਾਹ ਨੇ ਸੱਤਾ ਬਲਵੰਡ ਜੀ ਤੋਂ ਉੱਥੇ ਕੀਰਤਨ ਕਰਵਾਇਆ। ਸੋ ਕੀਰਤਨ ਦਾ ਵਾਸ ਸਾਡੇ ਸਿੱਖ ਪੰਥ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬ ਦੁਆਰਾ ਜਿਹੜਾ ਹੈ ਉਸ ਨੂੰ ਬਹੁਤ ਮਹੱਤਵ ਦਿੱਤਾ ਗਿਆ, ਪ੍ਰਧਾਨ ਦਰਜਾ ਦਿੱਤਾ ਗਿਆ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਔਰ ਕੀਰਤਨ ਨਿਰਮੋਲਕ ਹੀਰਾ, ਕਿੰਨੇ ਹੀ ਫਰਮਾਨ ਨੇ ਗੁਰਬਾਣੀ ਦੇ ਵਿੱਚ ਤੇ ਉਹ ਸਾਨੂੰ ਗਾਉਣ ਵੱਲ ਪ੍ਰੇਰਦੇ ਨੇ, ਸ਼ਬਦ ਕੀਰਤਨ ਵੱਲ ਪ੍ਰੇਰਦੇ ਨੇ। ਔਰ ਸਿੱਖਾਂ ਦੇ ਵਿੱਚ, ਸਿੱਖ ਪੰਥ ਦੇ ਵਿੱਚ ਅਗਰ ਸੂਖਮਤਾ ਸਾਡੇ ਵਿੱਚ ਹੈ ਤੇ ਉਹ ਤੇ ਮੈਂ ਸਮਝਦਾ ਕਿ ਸ਼ਬਦ ਦੁਆਰਾ ਹੈ ਤੇ ਸ਼ਬਦ ਦੇ ਕੀਰਤਨ ਦੁਆਰਾ ਹੈ। ਔਰ ਜਿਹੜਾ ਸਿੱਖ ਸੋਹਜ ਹੈ ਉਸ ਦੇ ਵਿੱਚ ਵੀ ਜਿਹੜਾ ਕੀਰਤਨ ਹੈ ਉਸ ਦਾ ਬੜਾ ਵੱਡਾ ਰੋਲ ਹੈ। ਸਾਡੇ ਘਰਾਂ ਦੇ ਵਿੱਚ ਤੁਸੀਂ ਜਦੋਂ ਵੇਖਦੇ ਹੋ ਕਿ ਅਸੀਂ ਰੋਜ਼ ਕੀਰਤਨ ਸੁਣਦੇ ਹਾਂ, ਚਾਹੇ ਉਹ ਦਰਬਾਰ ਸਾਹਿਬ ਦਾ ਪ੍ਰਸਾਰਣ ਹੋਵੇ ਜਾਂ ਘਰਾਂ ਦੇ ਵਿੱਚ ਅਸੀਂ ਜਿੰਨਾ ਵੀ ਕੀਰਤਨ ਸੁਣ ਰਹੇ ਹਾਂ, ਔਰ ਜਿਸ ਤਰ੍ਹਾਂ ਉਹਨਾਂ ਅਗਰ ਅਸੀਂ ਬਾਣੀ ਦਾ ਪਾਠ ਵੀ ਕਰਨਾ ਚਾਹੀਦਾ, ਪਰ ਜਿਸ ਤਰ੍ਹਾਂ ਸਹਿਜ ਸੁਭਾਵਿਕ ਰੂਪ ਦੇ ਵਿੱਚ ਸਾਡੇ ਮਨ ਦੇ ਵਿੱਚ ਬਾਣੀ ਦਾ ਵਾਸਾ ਹੋ ਜਾਂਦਾ ਹੈ ਕੀਰਤਨ ਦੁਆਰਾ, ਇਹ ਵੱਡੀ ਦਾਤ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ। ਨਿਰਸੰਦੇਹ ਜੋ ਗੁਰੂ ਸਾਹਿਬ ਨੇ ਕੀਰਤਨ ਕਰਨ ਦੀ ਵਿਧੀ ਬਣਾਈ ਹੈ ਉਹ ਸਰਵੋਤਮ ਹੈ, ਔਰ ਉਹ ਸਾਨੂੰ ਫਾਲੋ ਕਰਨੀ ਚਾਹੀਦੀ ਹੈ। ਪਰ ਜੋ ਕੀਰਤਨ ਹੋ ਵੀ ਰਿਹਾ, ਚਾਹੇ ਉਹ ਸਾਡੇ ਕੀਰਤਨੀਏ ਕਰ ਰਹੇ ਨੇ ਜਾਂ ਸੰਤ ਮਹਾਂਪੁਰਖ ਕਰ ਰਹੇ ਨੇ, ਉਹ ਸਾਰੇ ਹੀ ਸ਼ਬਦ ਨੂੰ ਸੰਗੀਤ ਦੁਆਰਾ ਸਾਰੀ ਲੁਕਾਈ ਤੱਕ ਪਹੁੰਚਾਉਣ ਦਾ ਉਸ ਮਾਰਗ ਤੇ ਚੱਲ ਰਹੇ ਨੇ।
ਸਾਡਾ ਵਿਸ਼ਾ ਕਿ ਕੋਈ ਗੁਰਬਤ ਸੰਗੀਤ ਹੈ, ਅਸੀਂ ਉਸ ਬਾਰੇ ਵੀ ਗੱਲ ਕਰਾਂਗੇ। ਪਰ ਆਪ ਜੀ ਦੇ ਜੋ ਤੁਸੀਂ ਫਰਮਾਇਆ ਉਸ ਹਿਸਾਬ ਦੇ ਨਾਲ ਗੁਰੂ ਦੀ ਸਾਡੇ ਤੇ ਬੜੀ ਵੱਡੀ ਅਪਾਰ ਬਖਸ਼ਿਸ਼ ਹੈ। ਔਰ ਮੈਂ ਚਾਹਾਂਗਾ ਕਿ ਜੋ ਸਾਨੂੰ ਸਾਡੇ ਜਿਹੜੇ ਗੁਰੂ ਘਰ ਨੇ ਉਹਨਾਂ ਨੂੰ ਕੀਰਤਨ ਦੇ ਨਾਲ ਜੋੜਿਆ ਗਿਆ ਔਰ ਕੀਰਤਨ ਦੀ ਜਿਹੜੀ ਮਰਿਆਦਾ ਹੈ ਉਸ ਨੂੰ ਇੰਪਲੀਮੈਂਟ ਕੀਤਾ ਗਿਆ। ਇਸ ਦੇ ਬਾਰੇ ਵਿੱਚ ਆਪਾਂ ਖਾਸ ਤੌਰ ਤੇ ਵਿਚਾਰ ਕਰਨੀ ਵੀ ਹੈ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਇਹ ਕੀਰਤਨ ਨੂੰ ਸਾਡੀ ਜੀਵਨ ਦਾ, ਸਿੱਖੀ ਜੀਵਨ ਦਾ, ਔਰ ਕੀਰਤਨਾ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਮਰਿਆਦਤ ਪਰੰਪਰਾ ਦਾ ਇੱਕ ਅਨਿੱਖੜ ਅੰਗ ਬਣਾ ਕੇ ਸਹਿਜ ਸੁਭਾਵਿਕ ਰੂਪ ਦੇ ਵਿੱਚ ਸਾਨੂੰ ਸ਼ਬਦ ਤੇ ਕੀਰਤਨ ਦੇ ਸੰਗੀਤ ਨਾਲ ਜੋੜ ਦਿੱਤਾ। ਔਰ ਫਿਰ ਆਖ ਦਿੱਤਾ ਕਿ ਆਹ ਤੁਹਾਡਾ ਗੁਰੂ ਗ੍ਰੰਥ ਸਾਹਿਬ, ਇਹ ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਨੇ ਔਰ ਜਿਹੜੇ ਸੰਗੀਤਮਈ ਨੇ, ਸ਼ਬਦਮਈ ਨੇ। ਕਿਉਂਕਿ ਉਸ ਵੇਲੇ ਭਗਤੀ ਦੇ ਬਹੁਤ ਸਾਰੇ ਮਾਰਗ ਸੀ। ਅਗਰ ਆਪਾਂ ਹੋਰ ਇਸ ਤੇ ਵਿਚਾਰ ਕਰਨੀ ਹੋਵੇ ਤਾਂ ਉਹਨਾਂ ਸਾਰੇ ਮਾਰਗਾਂ ਦੇ ਵਿੱਚੋਂ ਕੀਰਤਨ ਭਗਤੀ ਨੂੰ ਸਰਵੋਤਮ ਮੰਨਿਆ ਜਾਂਦਾ ਹੈ। ਭਾਰਤੀ ਪਰੰਪਰਾ ਵਿੱਚ ਵੀ ਕੀਰਤਨ ਭਗਤੀ ਨੂੰ ਸਰਵੋਤਮ ਮੰਨਿਆ ਜਾਂਦਾ ਹੈ, ਜੋ ਸੰਗੀਤ ਦੇ ਮਾਧਿਅਮ ਰਾਹੀਂ ਅਸੀਂ ਕਰਦੇ ਹਾਂ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਸਾਰੇ ਸੰਗੀਤਮਈ ਨੇ ਔਰ ਸਾਨੂੰ ਪ੍ਰੇਰਿਆ ਗਿਆ ਕਿ ਅਸੀਂ ਸ਼ਬਦ ਦਾ ਕੀਰਤਨ ਕਰੀਏ। ਦਰਬਾਰ ਸਾਹਿਬ ਦੀ ਅਗਰ ਅਸੀਂ ਸਾਰੀ ਜਿਹੜੀ ਉੱਥੇ ਦੀ ਜਿਹੜੀ ਧਾਰਮਿਕ ਪ੍ਰੋਸੀਡਿੰਗ ਹੈ ਉਹਨੂੰ ਅਸੀਂ ਵੇਖੀਏ ਤੇ ਮੋਰ ਦੈਨ 90% ਜਿਹੜਾ ਹੋਇਆ ਉੱਥੇ ਕੀਰਤਨ ਹੁੰਦਾ ਹੈ। ਜੀ ਬਿਲਕੁਲ, ਕੀਰਤਨ ਇਸੇ ਕਰਕੇ ਕੀਰਤਨ ਦਾ ਪ੍ਰਵਾਹ ਹੁੰਦਾ, ਹੋਰ ਕੁਝ ਉੱਥੇ ਨਹੀਂ ਹੁੰਦਾ। ਉਹ ਇਸੇ ਕਰਕੇ ਹੀ ਹੈ ਕਿਉਂਕਿ ਅਸੀਂ ਸੰਗੀਤਮਈ ਹੋ ਜਾਈਏ, ਅਸੀਂ ਕੀਰਤਨਮਈ ਹੋ ਜਾਈਏ ਔਰ ਸ਼ਬਦ ਮੇਘਲੇ ਵਾਂਗੂ ਸਾਡੇ ਸਾਰਿਆਂ ਤਪਦੇ ਹਿਰਦਿਆਂ ਨੂੰ ਉਠਾਰੇ ਔਰ ਸਾਡੇ ਵਿੱਚ ਗਿਆਨ ਦਾ ਪ੍ਰਕਾਸ਼ ਕਰੇ। ਇਹ ਸਤਿਗੁਰਾਂ ਦੀ ਸਾਡੇ ਤੇ ਇੱਕ ਅਪਾਰ ਬਖਸ਼ਿਸ਼ ਹੈ ਔਰ ਇਸ ਲਈ ਉਹਨਾਂ ਨੇ ਖਾਸ ਕਿਸਮ ਦਾ ਜਿਹੜਾ ਪਰੰਪਰਾ ਵੀ ਸਿਰਜੀ ਹੈ, ਸਿਧਾਂਤ ਵੀ ਸਾਨੂੰ ਦਿੱਤਾ ਹੈ ਔਰ ਇੱਕ ਵੱਡੀ ਪਰੰਪਰਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਸਿੱਖ ਗੁਰੂ ਸਾਹਿਬਾਨ ਨੇ ਔਰ ਕੀਰਤਨੀਆਂ ਨੇ ਸਥਾਪਿਤ ਕੀਤੀ ਹੈ, ਜਿਹਨੂੰ ਅਸੀਂ ਗੁਰਮਤਿ ਸੰਗੀਤ ਆਖਦੇ ਹਾਂ, ਗੁਰੂ ਦਾ ਸੰਗੀਤ ਆਖਦੇ ਹਾਂ। ਔਰ ਉਸ ਦਾ ਪ੍ਰਸਾਰ ਵਿੱਚ ਆਪਾਂ ਸਾਰੇ ਗੁਰੂ ਦੀ ਕਿਰਪਾ ਦੁਆਰਾ ਲੱਗੇ ਹੋਏ ਹਾਂ। ਡਾਕਟਰ ਸਾਹਿਬ, ਜਿਸ ਤਰ੍ਹਾਂ ਆਪ ਜੀ ਨੇ ਯੂਨੀਵਰਸਿਟੀਜ਼ ਦੀ ਗੱਲ ਕੀਤੀ, ਯੂਨੀਵਰਸਿਟੀਜ਼ ਨੇ ਬਹੁਤ ਸਾਥ ਦਿੱਤਾ ਇੰਪਲੀਮੈਂਟ ਕਰਨ ਨੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC, ਕਈ ਵਾਰੀ ਆਪਾਂ ਬਹੁਤ ਛੇਤੀ ਕ੍ਰਿਟਿਸਾਈਜ਼ ਕਰ ਦਿੰਦੇ ਹਾਂ, ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਧਰਮ ਦੀ ਗੱਲ, ਉਹਦੀ ਵਾਰੀ ਆਪ ਸਾਂਝ ਪਾਓ, ਉਹਨਾਂ ਦਾ ਕੀ ਰੋਲ ਸੀ? ਜੋ ਚੀਜ਼ਾਂ ਆਪ ਜੀ ਨੇ ਅਚੀਵ ਕੀਤੀਆਂ। ਕੋਈ ਵੀ ਕਾਰਜ ਕੋਈ ਕਿਸੇ ਇੱਕ ਵਿਅਕਤੀ ਦੁਆਰਾ ਸੰਭਵ ਨਹੀਂ ਹੁੰਦਾ। ਗੁਰੂ ਦੀ ਕਿਰਪਾ ਹਰ ਇੱਕ ਵਿਅਕਤੀਆਂ ਨੂੰ ਗੁਰੂ ਆਪ ਬਲੈਸ ਕਰਦੇ ਨੇ, ਆਪ ਚੁਣਦੇ ਨੇ ਔਰ ਉਹਨਾਂ ਦੇ ਰਾਹੀਂ ਉਹਨਾਂ ਨੇ ਆਪਣੇ ਕਾਰਜ ਕਰਵਾਉਣੇ ਹੁੰਦੇ ਨੇ। ਗੁਰਮਤਿ ਸੰਗੀਤ ਦੇ ਬਾਰੇ ਵਿੱਚ ਜਦੋਂ ਆਪਾਂ ਵਿਸਥਾਰ ਸਹਿਤ ਚਰਚਾ ਕਰਾਂਗੇ, ਇਸ ਗੱਲ ਦੀ ਵੀ ਆਪਾਂ ਗੱਲ ਕਰਾਂਗੇ। ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਖੋ, ਬਹੁਤ ਵੱਡੀ ਸਾਡੀ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਹੈ ਜੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਬਹੁਤ ਸਾਰੇ ਕਾਰਜ ਹੁੰਦੇ ਨੇ ਔਰ ਉਹਨਾਂ ਨੇ ਵੱਖ-ਵੱਖ ਖੇਤਰਾਂ ਵਿੱਚ ਕਾਰਜ ਕਰਨਾ, ਜਿਹਦੇ ਵਿੱਚੋਂ ਗੁਰਮਤਿ ਦਾ ਪ੍ਰਚਾਰ ਜਾਂ ਧਰਮ ਪ੍ਰਚਾਰ ਉਹਨਾਂ ਦਾ ਇੱਕ ਕੰਮ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਤਿਗੁਰੂ ਦੀ ਅਪਾਰ ਬਖਸ਼ਿਸ਼ ਦੁਆਰਾ ਇਹ ਨਹੀਂ ਹੁੰਦਾ ਕਿ ਜਦੋਂ ਤੁਸੀਂ ਕਿਸੇ ਕਾਰਜ ਨੂੰ ਕਰਦੇ ਹੋ ਜਾਂ ਉਸ ਵਿੱਚ ਕਿਸੇ ਖੇਤਰ ਵਿੱਚ ਵਿਚਰਦੇ ਹੋ, ਤੁਹਾਨੂੰ ਰੁਕਾਵਟਾਂ ਨਹੀਂ ਆਉਂਦੀਆਂ, ਵਿਰੋਧਤਾ ਨਹੀਂ ਹੁੰਦੀ, ਜਾਂ ਉਹ ਸਾਰਾ ਕੁਝ ਹੀ ਸਮਾਜ ਦੇ ਵਿੱਚ ਵਿਚਰਦੇ ਆ ਸਾਨੂੰ ਉਹ ਵੀ ਵੇਖਣਾ ਪੈਂਦਾ, ਝੱਲਣਾ ਪੈਂਦਾ, ਸਾਹਮਣਾ ਕਰਨਾ ਪੈਂਦਾ। ਪਰ ਹਮੇਸ਼ਾ ਯਾਦ ਉਹਨਾਂ ਹੈਲਪਿੰਗ ਹੈਂਡਸ ਨੂੰ, ਉਹਨਾਂ ਸੰਸਥਾਵਾਂ ਨੂੰ ਕਿਰਤੱਗਤਾ, ਆਭਾਰ ਉਹਨਾਂ ਪ੍ਰਤੀ ਪ੍ਰਗਟ ਕਰਨਾ ਸਾਡਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਪ੍ਰਤੀਨਿਧ ਸੰਸਥਾ ਹੈ ਔਰ ਮੈਂ ਇਸ ਗੱਲ ਲਈ, ਮੈਨੂੰ ਇਸ ਗੱਲ ਦਾ ਮਾਣ ਹੈ ਕਿ ਠੀਕ ਹੈ, ਉਸ ਦੀ ਜੇ ਕਦੇ ਕਦੇ ਤੁਸੀਂ ਆਲੋਚਨਾ ਕਰਦੇ ਹੋ ਜਾਂ ਉਸ ਦੇ ਕੋਲੋਂ ਜ਼ਿਆਦਾ ਤਵੱਕੂ ਰੱਖਦੇ ਹੋ, ਉਹ ਰੱਖੋ, ਪਰ ਜੋ ਉਹਨਾਂ ਨੇ ਕਾਰਜ ਕੀਤੇ ਨੇ ਉਹਨਾਂ ਨੂੰ ਸਲਾਹੁਣਾ ਵੀ ਚਾਹੀਦਾ। ਔਰ ਗੁਰਮਤਿ ਸੰਗੀਤ ਦੇ ਪ੍ਰਪੇਖ ਵਿੱਚ ਜਾਂ ਗੁਰਮਤਿ ਸੰਗੀਤ ਦੇ ਪ੍ਰਸੰਗ ਵਿੱਚ ਮੈਂ ਜੇ ਤੁਹਾਨੂੰ ਦੱਸਾਂ ਤੇ ਸਾਡੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਇਹ ਕੀਤਾ ਕਿ ਜਦੋਂ ਅਸੀਂ ਉਸ ਨੂੰ ਗੁਰਮਤਿ ਸੰਗੀਤ ਨੂੰ ਵਿਸ਼ੇ ਵਜੋਂ ਇੰਟਰੋਡਿਊਸ ਕੀਤਾ ਤਾਂ ਉਸ ਵੇਲੇ ਅਸੀਂ ਤੰਤੀ ਸਾਜ਼ਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹਦੀ ਸਿਖਲਾਈ ਦਾ ਪ੍ਰਾਰੰਭ ਕੀਤਾ ਸੀ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਸੰਗੀਤ ਅਕਾਦਮੀ ਸਥਾਪਿਤ ਕੀਤੀ ਔਰ ਪ੍ਰੋਫੈਸਰ ਕਰਤਾਰ ਸਿੰਘ ਜੀ ਨੂੰ ਉਸ ਦਾ ਡਾਇਰੈਕਟਰ ਨਿਯੁਕਤ ਕੀਤਾ, ਉਹਦੇ ਨਾਲ ਹੀ 2006 ਦੇ ਵਿੱਚ ਜਦੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਬਣੇ ਔਰ ਉਹਨਾਂ ਨੇ ਵੇਖਿਆ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਤੰਤੀ ਸਾਜ਼ਾਂ ਦਾ ਜਿਹੜਾ ਹੈ ਅਸੀਂ ਬਹੁਤ ਸਾਰੀ ਪਨੀਰੀ ਹੈ, ਬਹੁਤ ਸਾਰੇ ਵਿਦਿਆਰਥੀ ਜਿਹੜੇ ਨੇ ਤਿਆਰ ਕਰ ਦਿੱਤੇ ਨੇ, ਉਹਨਾਂ ਨੇ ਮਨ ਵਿੱਚ ਇੱਛਾ ਜ਼ਾਹਰ ਕੀਤੀ ਕਿ ਕਿਉਂ ਨਾ ਅਸੀਂ ਦਰਬਾਰ ਸਾਹਿਬ ਤੋਂ ਮੁੜ ਕੇ ਤੰਤੀ ਸਾਜ਼ਾਂ ਨੂੰ ਪੁਨਰ ਸੁਰਜੀਤ ਕਰੀਏ, ਕਿਉਂਕਿ ਦਰਬਾਰ ਸਾਹਿਬ ਦੀ ਕੀਰਤਨ ਚੌਕੀ ਪਰੰਪਰਾ
ਇੱਕ ਬੜੀ ਵੱਡੀ ਪਰੰਪਰਾ, ਇਸ ਨਾਲ ਵਿਸਥਾਰ ਵਿੱਚ ਗੱਲ ਕੀਤੀ ਜਾ ਸਕਦੀ ਹੈ। ਔਰ ਉਹਦੇ ਨਾਲ ਹੀ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਉਹਨਾਂ ਨੇ ਮੈਨੂੰ ਹੁਕਮ ਲਾਇਆ ਕਿ ਉੱਥੇ ਆ ਕੇ ਅਸੀਂ ਕੀਰਤਨ ਕਰੀਏ, ਜਾ ਕੇ ਆਪਣੇ ਵਿਦਿਆਰਥੀਆਂ ਦੇ ਨਾਲ ਔਰ ਤੰਤੀ ਸਾਜ਼ਾਂ ਦੇ ਨਾਲ ਉਹ ਪ੍ਰਵਾਹ ਚਲਾਈਏ। ਔਰ ਜਿਹੜਾ ਲਾਈਵ ਪ੍ਰਸਾਰਣ ਸਾਡਾ ਹੁੰਦਾ ਹੈ ਉਸ ਵਿੱਚ ਤੰਤੀ ਸਾਜ਼ ਵਾਲੇ ਰਬਾਬ ਫੜ ਕੇ, ਕਦੇ ਸਰੰਦਾ ਫੜ ਕੇ, ਕਦੇ ਦਿਲਰਬਾ, ਇਸਰਾਜ, ਤਾਊਸ ਫੜ ਕੇ ਨਾਲ ਉਹ ਕੀਰਤਨ ਦੇ ਬੈਠਣ, ਤਾਂ ਕਿ ਆਉਣ ਵਾਲੀਆਂ ਜਨਰੇਸ਼ਨਸ ਨੂੰ ਵੀ ਪਤਾ ਲੱਗ ਸਕੇ ਜੀ, ਔਰ ਨਾਲ ਕੀਰਤਨੀਆਂ ਨੂੰ ਵੀ ਪਤਾ ਲੱਗੇ ਔਰ ਸਾਰੇ ਵਿਸ਼ਵ ਵਿੱਚ ਪਤਾ ਲੱਗੇ ਕਿ ਇਹ ਸਿੱਖਾਂ ਦੇ ਸਾਜ਼ ਨੇ। ਔਰ ਸਿੱਖ ਇਕੱਲੇ ਹਾਰਮੋਨੀਅਮ ਨਾਲ ਹੀ ਨਹੀਂ, ਇਹਨਾਂ ਸਾਜ਼ਾਂ ਨਾਲ ਵੀ ਕਦੇ ਕੀਰਤਨ ਕਰਦੇ ਸੀ ਔਰ ਅਸੀਂ ਉਹਨਾਂ ਨੂੰ ਪੁਨਰ ਸੁਰਜੀਤ ਕਰ ਸਕੀਏ। ਉਸ ਦਾ ਬਹੁਤ ਅੱਛਾ ਅਸਰ ਹੋਇਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 3 ਕੀਰਤਨੀਆਂ ਦੇ ਨਾਲ ਇੱਕ ਜਿਹੜਾ ਚੌਥਾ ਨੌਜਵਾਨ ਜਿਹੜਾ ਕੀਰਤਨੀਆ ਹੈ ਉਹਨਾਂ ਨੂੰ ਅਵਸਰ ਪ੍ਰਦਾਨ ਕੀਤਾ। ਔਰ ਮੈਨੂੰ ਯਾਦ ਹੈ ਅੱਜ ਵੀ ਕਿ 2006 ਦੇ ਵਿੱਚ ਪ੍ਰੋਫੈਸਰ ਕਰਤਾਰ ਸਿੰਘ ਜੀ ਔਰ ਅਸੀਂ ਪੰਜਾਬੀ ਯੂਨੀਵਰਸਿਟੀ ਤੋਂ, ਮੈਂ ਆਪਣੇ ਵਿਦਿਆਰਥੀਆਂ, ਆਪਣੇ ਹੋਰ ਅਧਿਆਪਕਾਂ ਨੂੰ ਨਾਲ ਲੈ ਕੇ ਉੱਥੇ ਕੀਰਤਨ ਕਰਨ ਗਏ ਔਰ ਉੱਥੇ ਅਸੀਂ ਤੰਤੀ ਸਾਜ਼ਾਂ ਦਾ ਜਿਹੜਾ ਕੀਰਤਨ ਦਾ ਪ੍ਰਾਰੰਭ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ। ਇਸ ਤੋਂ ਪਹਿਲਾਂ ਵੀ ਇਸ ਉਦਮ ਨਾਲ ਕੀ ਹੋਇਆ ਕਿ ਜਿੱਥੇ ਅੱਗੇ 3 ਕੀਰਤਨੀਆਂ ਦੀ ਪਲੇਸਮੈਂਟ ਹੁੰਦੀ ਸੀ, 3 ਕੀਰਤਨੀਏ ਕੀਰਤਨ ਕਰਦੇ ਸੀ, ਹੁਣ ਸਾਰੀ ਜਗ੍ਹਾ ਤੇ ਤੁਸੀਂ ਵਿਸ਼ਵ ਵਿੱਚ ਵੇਖ ਰਹੇ ਹੋ ਕਿ ਹਰ ਜਗ੍ਹਾ ਦੇ ਉੱਤੇ ਇੱਕ ਚੌਥਾ ਕੀਰਤਨੀਆ ਵੀ ਨਾਲ ਹੁੰਦਾ ਹੈ। ਔਰ ਦੇਖੋ ਜਿਹੜਾ ਚੌਥਾ ਕੀਰਤਨੀਆ ਹੈ, ਸਾਡੇ ਉਹ ਜਿਹੜੇ ਕੀਰਤਨੀਏ ਵਿਦਿਆਰਥੀ ਸੀ ਉਹ ਸਾਰੇ ਹੀ ਪੋਸਟ ਗ੍ਰੈਜੂਏਟ ਸੀ, ਕੋਈ ਗ੍ਰੈਜੂਏਟ ਸੀ ਜਿਨ੍ਹਾਂ ਨੇ ਉੱਚ ਵਿੱਦਿਆ ਪ੍ਰਾਪਤ ਕੀਤੀ ਸੀ। ਤੋਂ ਸਾਡੇ ਜਿਹੜੀ ਅਸੀਂ ਆਮ ਕਹਿੰਦੇ ਰਹਿੰਦੇ ਆ ਕਿ ਸਾਡੇ ਪ੍ਰੀਚਰ ਜਿਹੜੇ ਨੇ, ਸਾਡੇ ਪ੍ਰਚਾਰਕ ਪੜ੍ਹੇ ਲਿਖੇ ਹੋਣੇ ਚਾਹੀਦੇ ਨੇ, ਅਗਲੀ ਜਨਰੇਸ਼ਨ ਨਾਲ ਗੱਲ ਕਰ ਸਕਣ। ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੜ੍ਹੇ ਲਿਖੇ ਪ੍ਰਚਾਰਕ ਰੱਖਣ ਵੱਲ ਜਿਹੜਾ ਹੈ ਉਹ ਸੇਵਾ ਲਈ ਔਰ ਉੱਥੇ ਤੰਤੀ ਸਾਜ਼ ਵਾਲੇ ਜਿਹੜੇ ਸੀ ਭਰਤੀ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਸੰਭਾਲ ਰਹੀ ਹੈ, ਆਸ ਕਰਦੇ ਆ ਉਹ ਹੋਰ ਉਹਨਾਂ ਦੀ ਸੰਭਾਲ ਵੀ ਕਰੇਗੀ, ਉਹਨਾਂ ਨੂੰ ਅੱਛੀਆਂ ਸੈਲਰੀਜ਼ ਦੇਗੀ ਤਾਂ ਕਿ ਇਹ ਪੜ੍ਹੇ ਲਿਖੇ ਜਿਹੜੇ ਪ੍ਰਚਾਰਕ ਨੇ ਉੱਥੇ ਨਿਯੁਕਤ ਹੋ ਕੇ ਸੇਵਾ ਕਰਦੇ ਰਹਿਣ ਔਰ ਹੋਰ ਮਿਹਨਤ ਕਰਨ, ਕਿਉਂਕਿ ਸਦੀਆਂ ਪਹਿਲਾਂ ਅਸੀਂ ਇਹ ਸਾਜ਼ ਵਿਸਾਰ ਦਿੱਤੇ ਔਰ ਇਹਨਾਂ ਨੂੰ ਦੁਬਾਰਾ ਇੰਪਲੀਮੈਂਟ ਕਰਨ ਦੇ ਵਿੱਚ ਵੀ, ਦੁਬਾਰਾ ਸ਼ੁਰੂ ਕਰਨ ਵਿੱਚ ਵੀ ਸਦੀਆਂ ਹੀ ਲੱਗਣੀਆਂ ਨੇ। ਅਜੇ ਇਹ ਬਹੁਤ ਜ਼ਿਆਦਾ ਜਿਹੜਾ ਹੈ ਪਰਪੱਕ ਰੂਪ ਦੇ ਵਿੱਚ ਅਗਰ ਅਸੀਂ ਇਹਨਾਂ ਦਾ ਵਾਦਨ ਕਰਨਾ ਹੈ, ਇਹਨਾਂ ਨੂੰ ਡਿਵੈਲਪ ਕਰਨਾ ਹੈ ਤੇ ਸਾਨੂੰ ਬਹੁਤ ਸਮਾਂ ਲੱਗੇਗਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸੇਵਾ ਕਰ ਰਹੀ ਹੈ, ਹੋਰ ਵੀ ਅਸੀਂ ਉਹਨਾਂ ਦੇ ਕੋਲੋਂ ਆਸ ਕਰਦੇ ਹਾਂ। ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਇੱਕ ਬਹੁਤ ਵਧੀਆ ਕੰਮ ਕੀਤਾ ਸੀ ਕਿ 1999 ਵਿੱਚ ਜਦੋਂ ਮੇਰਾ ਇੱਕ ਪ੍ਰੋਜੈਕਟ ਰਿਲੀਜ਼ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਦੇ 31 ਮੁੱਖ ਰਾਗਾਂ ਤੇ ਰਾਗ ਪ੍ਰਕਾਰਾਂ ਦਾ HMV ਵੱਲੋਂ, ਤਾਂ ਉਸ ਵੇਲੇ ਉੱਥੇ ਦੇ ਸਕੱਤਰ ਹੁੰਦੇ ਸੀ ਡਾਕਟਰ ਗੁਰਬਚਨ ਸਿੰਘ ਜੀ ਬਚਨ, ਡਾਕਟਰ ਜਗੀਰ ਕੌਰ ਜੀ ਪ੍ਰਧਾਨ ਹੁੰਦੇ ਸੀ। ਅਸੀਂ ਗੁਣਾਂ ਦੀ ਸਾਂਝ ਕਰਨੀ ਹੈ ਔਰ ਇਹ ਸੰਗਤ ਟੀਵੀ ਔਰ ਤੁਹਾਡਾ ਵੀ ਇਹੀ ਉਦੇਸ਼ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ। ਸੋ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਸੰਗ ਵਿੱਚ ਆਪਾਂ ਵੇਖਦੇ ਹਾਂ ਤੇ 2000 ਦੇ ਵਿੱਚ ਅਸੀਂ ਉੱਥੇ ਇੱਕ ਵਰਕਸ਼ਾਪ ਕੀਤੀ ਅਕਾਲ ਤਖਤ ਸਾਹਿਬ, ਜਿੱਥੇ ਹੁਣ ਢਾਡੀ ਸਿੰਘ ਗੁਰੂ ਕੇ ਹਰਜਸ ਦੀਆਂ ਵਾਰਾਂ ਜਿਹੜੀਆਂ ਨੇ ਗਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਨੇ, ਉਸ ਸਥਾਨ ਦੇ ਉੱਤੇ 9 ਘੰਟੇ 31 ਰਾਗਾਂ ਦਾ ਵਿਦਿਆਰਥੀਆਂ ਦੁਆਰਾ ਅਸੀਂ ਆਪਣਾ ਕੀਰਤਨ ਦਰਬਾਰ ਆਯੋਜਿਤ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਜਿਹੜਾ ਅਸੀਂ 1997 ਵਿੱਚ ਡਿਪਲੋਮਾ ਇਨ ਗੁਰਮਤਿ ਸੰਗੀਤ ਸ਼ੁਰੂ ਕੀਤਾ ਸੀ ਸੰਤ ਬਾਬਾ ਸੁੱਚਾ ਸਿੰਘ ਜੀ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਾਲਿਆਂ ਦੇ ਸਹਿਯੋਗ ਦੇ ਨਾਲ। ਉਸ ਵਿੱਚ ਅੱਜ ਕੱਲ ਤੁਸੀਂ ਵੇਖ ਰਹੇ ਹੋ ਪ੍ਰਿੰਸੀਪਲ ਸੁਖਵੰਤ ਸਿੰਘ ਬਹੁਤ ਪ੍ਰਚਾਰ ਕਰ ਰਹੇ ਨੇ ਗੁਰਮਤਿ ਸੰਗੀਤ ਦਾ ਜੀ। ਉਹ ਸਾਡੇ ਪਹਿਲੇ ਵਿਦਿਆਰਥੀ ਨੇ ਡਿਪਲੋਮਾ ਇਨ ਗੁਰਮਤਿ ਸੰਗੀਤ ਦੇ, ਔਰ ਇਹ ਪ੍ਰਿੰਸੀਪਲ ਸੁਖਵੰਤ ਸਿੰਘ, ਜਸਪਾਲ ਸਿੰਘ ਜੀ ਔਰ ਕਵਲਜੀਤ ਸਿੰਘ, ਡਾਕਟਰ ਵਰਿੰਦਰ ਸਿੰਘ, ਡਾਕਟਰ ਵਰਿੰਦਰ ਕੌਰ और डॉक्टर सरदार वरजीत सिंह और सरदार बिक्रम सिंह, ऐसे कई विद्यार्थी साडे, अमनदीप सिंह जी तंती साजा वाले, ये सारे और सतबीर सिंह जी वायलिनिस्ट, ये सारे साडे डिप्लोमा इन गुरमत संगीत दे विद्यार्थी रहे ने ਜਦੋਂ ਅਸੀਂ ਡਿਪਲੋਮਾ ਇਨ ਗੁਰਮਤਿ ਸੰਗੀਤ ਸ਼ੁਰੂ ਕੀਤਾ ਸੀ। ਇਹਨਾਂ ਸਾਰਿਆਂ ਨੂੰ ਲਿਜਾ ਕੇ ਅਸੀਂ ਉੱਥੇ ਇੱਕ ਵਰਕਸ਼ਾਪ ਕੀਤੀ ਔਰ ਵਰਕਸ਼ਾਪ ਤੋਂ ਬਾਅਦ 9 ਘੰਟੇ ਅਕਾਲ ਤਖਤ ਸਾਹਿਬ ਦੇ ਸਨਮੁਖ ਕੀਰਤਨ ਕਰਕੇ ਸਿਰਫ ਇੱਕ ਬੇਨਤੀ ਕੀਤੀ ਕਿ ਅਗਰ ਇਹ ਸਿੱਖਿਆਰਥੀ, ਵਿਦਿਆਰਥੀ, ਨੌਜਵਾਨ ਕੀਰਤਨੀਏ ਰਾਗਮਈ ਕੀਰਤਨ ਕਰ ਸਕਦੇ ਨੇ ਤਾਂ ਦਰਬਾਰ ਸਾਹਿਬ ਦੇ ਅੰਦਰ ਰਾਗਮਈ ਕੀਰਤਨ ਕਿਉਂ ਨਹੀਂ ਹੋ ਸਕਦਾ, ਕਿਉਂ ਅਸੀਂ ਉੱਥੇ ਆਪਣੀਆਂ ਰਾਗਾਂ ਨੂੰ ਵਿਸਾਰ ਦਿੱਤਾ, ਕਿਉਂ ਕੀਰਤਨ ਚੌਕੀਆਂ ਨੂੰ ਵਿਸਾਰ ਦਿੱਤਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਇਸ ਮਾਮਲੇ ਵਿੱਚ ਬੜਾ ਸਹਿਯੋਗ ਦਿੱਤਾ ਔਰ ਇੱਕ ਜਿਹੜੀ ਰਾਗਮਈ ਕੀਰਤਨ ਕਰਨ ਦੀ ਲਹਿਰ ਚੱਲੀ, ਤੰਤੀ ਸਾਜ਼ਾਂ ਦੀ ਲਹਿਰ ਚੱਲੀ ਔਰ ਵੱਖ-ਵੱਖ ਸ਼ਤਾਬਦੀਆਂ ਦੇ ਉੱਤੇ ਵੱਖ-ਵੱਖ ਜਿਹੜੇ ਰਾਗ ਦਰਬਾਰ ਨੇ ਉਹ ਆਯੋਜਿਤ ਵੀ ਕੀਤੇ ਜਾਏ। ਗੁਰੂ ਅਰਜਨ ਦੇਵ ਜੀ ਦੀ ਸ਼ਤਾਬਦੀ ਸੀ, ਗੁਰੂ ਅੰਗਦ ਦੇਵ ਜੀ ਦੀ ਸ਼ਤਾਬਦੀ ਦੇ ਉੱਤੇ ਟੀ ਸੀਰੀਜ਼ ਨਾਲ ਮਿਲ ਕੇ ਸਾਰੀ ਬਾਣੀ ਨੂੰ ਰਾਗਾਤਮਕ ਤੌਰ ਤੇ
ਅਸੀਂ ਵੱਖ-ਵੱਖ ਕੀਰਤਨੀਆਂ ਤੋਂ ਉਸ ਦਾ ਗਾਇਨ ਕਰਵਾਇਆ। ਹੁਣੇ ਹੀ 550 ਸਾਲਾਂ ਦੇ ਅਵਸਰ ਦੇ ਉੱਤੇ ਡਾਕਟਰ ਰੂਪ ਸਿੰਘ ਹੋਰਾਂ ਨੇ ਬੜਾ ਵਧੀਆ ਕੰਮ ਕੀਤਾ, ਜੋ ਹਾਂਜੀ। ਜਨਰਲ ਸਕੱਤਰ ਨੇ। ਜੀ ਉਹਨਾਂ ਨੇ ਇੱਕ ਤੇ ਜਿੱਥੇ ਉੱਥੇ ਰਾਗਮਈ ਗੁਰੂ ਨਾਨਕ ਬਾਣੀ ਦਾ ਰਾਗ ਦਰਬਾਰ ਜਿਹੜੇ ਨੇ ਆਯੋਜਿਤ ਕਰਵਾਏ, ਉੱਥੇ ਨਾਲ ਹੀ ਉਹਨਾਂ ਨੇ ਇੱਕ ਬੜਾ ਵੱਡਾ ਕੰਮ ਕੀਤਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਪੁਰਬ ਦੇ ਉੱਤੇ ਰਾਗਮਈ ਰਾਗ ਦਰਬਾਰ ਰਚਾਏ ਜਾਂਦੇ ਨੇ ਹਰ ਸਾਲ, ਅੱਛਾ ਔਰ ਜੀ। ਹਰ ਸਾਲ ਅਸੀਂ ਉੱਥੇ ਜਾ ਕੇ ਕੀਰਤਨ ਕਰਦੇ ਹਾਂ। ਉਹਨਾਂ ਨੇ ਕੀ ਕੀਤਾ ਕਿ ਕਿਉਂਕਿ ਸਾਡੀ ਇੱਕ ਨਿਵੇਕਲੀ ਗਾਇਨ ਸ਼ੈਲੀ ਹੈ, ਪੜਤਾਲ ਗਾਇਨ ਸ਼ੈਲੀ। ਅੱਛਾ ਜੀ। ਗੁਰੂ ਰਾਮਦਾਸ ਪਾਤਸ਼ਾਹ ਔਰ ਗੁਰੂ ਅਰਜਨ ਪਾਤਸ਼ਾਹ ਨੇ ਇਸ ਦਾ ਪ੍ਰਾਰੰਭ ਕੀਤਾ ਸੀ, ਔਰ ਗੁਰੂ ਰਾਮਦਾਸ ਪਾਤਸ਼ਾਹ ਦੇ ਪੁਰਬ ਦੇ ਉੱਤੇ ਉਹਨਾਂ ਨੇ ਉਸ ਰਾਗ ਦਰਬਾਰ ਤੋਂ ਪਹਿਲਾਂ ਪਿਛਲੇ 2 ਸਾਲਾਂ ਤੋਂ ਪੜਤਾਲ ਦਾ ਜਿਹੜਾ ਪੜਤਾਲ ਗਾਇਨ ਦਾ ਜਿਹੜਾ ਹੈ ਕੀਰਤਨ ਦਰਬਾਰ, ਉਹ ਪ੍ਰਾਰੰਭ ਕਰਵਾਇਆ। ਸੋ ਹੁਣ ਗੁਰੂ ਰਾਮਦਾਸ ਪਾਤਸ਼ਾਹ ਦੇ ਪੁਰਬ ਦੇ ਉੱਤੇ ਗੁਰਮਤਿ ਸੰਗੀਤ ਨੂੰ ਸਮਰਪਿਤ 2 ਵੱਡੇ ਸਮਾਗਮ ਹੁੰਦੇ ਨੇ, ਇੱਕ ਤੇ ਪੜਤਾਲ ਰਾਗ ਦਰਬਾਰ, ਔਰ ਦੂਸਰਾ ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਦੇ ਰਾਗਾਂ ਤੇ ਆਧਾਰਿਤ ਸਾਰੇ ਕੀਰਤਨੀ ਆਉਂਦੇ ਨੇ। ਔਰ ਫਿਰ ਹੋਰ ਬੜੀ ਵੱਡੀ ਉੱਥੇ ਇੱਕ ਪਰੰਪਰਾ ਜਥੇਦਾਰ ਅਵਤਾਰ ਸਿੰਘ ਹੋਰਾਂ ਵੇਲੇ ਇੱਕ ਸ਼ੁਰੂ ਹੋਈ ਸੀ ਕਿ ਵੱਖ-ਵੱਖ ਕੀਰਤਨੀਆਂ ਨੂੰ, ਕਿਉਂਕਿ ਵੱਲਭ ਜਾਂ ਦੂਸਰੀਆਂ ਸੰਸਥਾਵਾਂ ਆਪਣੇ ਸੰਗੀਤਕਾਰਾਂ ਨੂੰ ਸਨਮਾਨਿਤ ਕਰਦੀਆਂ ਨੇ, ਜਾਂ ਪੰਜਾਬ ਸਰਕਾਰ ਸ਼੍ਰੋਮਣੀ ਰਾਗੀ ਦਾ ਅਵਾਰਡ ਦਿੰਦੀ ਹੈ। ਸੋ ਸ਼੍ਰੋਮਣੀ ਰਾਗੀ ਦਾ ਅਵਾਰਡ ਗੁਰੂ ਰਾਮਦਾਸ ਪਾਤਸ਼ਾਹ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸ਼ੁਰੂ ਕੀਤਾ। ਔਰ ਮੈਨੂੰ ਮਾਣ ਹੈ ਕਿ ਉਹ ਭਾਈ ਬਲਬੀਰ ਸਿੰਘ ਹੋਰਾਂ ਨੂੰ, ਪ੍ਰੋਫੈਸਰ ਕਰਤਾਰ ਸਿੰਘ ਹੋਰਾਂ ਨੂੰ ਔਰ ਦਾਸ ਨੂੰ ਉਹਨਾਂ ਨੇ ਉੱਥੇ ਸ਼੍ਰੋਮਣੀ ਰਾਗੀ ਦਾ ਅਵਾਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇ ਕੇ ਨਿਵਾਜਿਆ। ਉਹਦੇ ਨਾਲ ਕੀਰਤਨੀਆਂ ਨੂੰ ਇੱਕ ਉਤਸ਼ਾਹ ਮਿਲਦਾ ਹੈ, ਔਰ ਉਹ ਹੋਰ ਮਿਹਨਤ ਕਰਦੇ ਨੇ, ਸੰਗਤਾਂ ਦੀ ਹੋਰ ਖੁਸ਼ੀ ਲੈਂਦੇ ਨੇ, ਔਰ ਆਪਣੇ ਸਾਧਨਾ ਦੁਆਰਾ ਸੰਗਤਾਂ ਨੂੰ ਹੋਰ ਕੀਰਤਨ ਦੁਆਰਾ ਨਿਹਾਲ ਕਰਦੇ ਨੇ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਨੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਗਿਆਨ ਸਿੰਘ ਐਪਟਾਬਾਦ ਹੋਰਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਸਭ ਤੋਂ ਪਹਿਲਾਂ, ਔਰ ਜੋ ਰਾਗੀਆਂ ਦਾ ਰਬਾਬੀਆਂ ਦਾ ਖਜ਼ਾਨਾ ਸੀ ਉਸ ਨੂੰ 2 ਭਾਗਾਂ ਦੇ ਵਿੱਚ ਪ੍ਰਕਾਸ਼ਿਤ ਕਰਵਾਇਆ। ਸੰਗਤਾਂ ਦੇ ਕੋਲ ਇਹ ਸਾਰੀ ਇਨਫੋਰਮੇਸ਼ਨ ਨਹੀਂ ਜਾਂਦੀ, ਕਿਉਂਕਿ ਪੜ੍ਹਨ ਲਿਖਣ ਵਿੱਚ ਸਾਡੀ ਰੁਚੀ ਥੋੜੀ ਘੱਟ ਹੁੰਦੀ ਹੈ, ਔਰ ਅਸੀਂ ਉਸ ਨੂੰ ਨਹੀਂ ਵੇਖਦੇ। ਪ੍ਰੋਫੈਸਰ ਕਰਤਾਰ ਸਿੰਘ ਹੋਰਾਂ ਦਾ ਜਿਹੜਾ ਲਿਟਰੇਚਰ ਸੀਗਾ ਗੁਰਮਤਿ ਸੰਗੀਤ ਦਾ, ਉਸ ਨੂੰ ਪ੍ਰਕਾਸ਼ਿਤ ਕਰਵਾਇਆ। ਦਾਸ ਦੀ ਇੱਕ ਕਿਤਾਬ, ਮੇਰੀ ਇੱਕ ਕਿਤਾਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਕਰ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਰਾਗਾਂ ਦਾ ਵੇਰਵਾ ਹੈ, ਔਰ ਇੱਕ ਕੰਪੋਜੀਸ਼ਨ ਹੈ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਥਾਪਿਤ ਕੀਤੀ ਹੈ। ਵੱਖ-ਵੱਖ ਥਾਵਾਂ ਤੇ ਅਕੈਡਮੀਜ਼, ਮਿਸ਼ਨਰੀ ਕਾਲਜਿਸ ਸਥਾਪਿਤ ਕੀਤੇ ਨੇ। ਤੰਤੀ ਸਾਜ਼ਾਂ ਦੇ ਲਈ ਸਾਨੂੰ ਇੱਕ ਜਿਹੜਾ ਹੈ ਉਹਨਾਂ ਨੇ ਵੱਡੀ ਆਫਰ ਕੀਤੀ ਹੈ ਕਿ ਕੋਈ ਵੀ ਤੰਤੀ ਸਾਜ਼ ਵਾਦਕ ਹੋਵੇ, ਤੁਸੀਂ ਸਾਡੇ ਕੋਲ ਲਿਆਓ, ਅਸੀਂ ਉਹਨੂੰ ਭਰਤੀ ਕਰਨ ਨੂੰ ਤਿਆਰ ਹਾਂ। ਸੋ ਅਸੀਂ ਚਾਹੁੰਦੇ ਹਾਂ ਕਿ ਸਾਰੇ ਗੁਰੂ ਘਰਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਦੇ ਨਾਲ ਇਹ ਤੰਤੀ ਸਾਜ਼ ਵੱਜਣ। ਔਰ ਨੌਜਵਾਨ ਕੀਰਤਨੀਆਂ ਨੂੰ ਮੈਂ ਜ਼ਰੂਰ ਪ੍ਰੇਰਾਂਗਾ, ਤੁਹਾਡੀ ਸੰਗਤ ਟੀਵੀ ਦੇ ਮਾਧਿਅਮ ਦੇ ਰਾਹੀਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਨਾ ਚਾਹਾਂਗਾ ਕਿ ਆਓ ਗੁਰੂ ਦੇ ਸਾਜ਼ਾਂ ਨੂੰ ਉਠਾਓ, ਸਿੱਖੋ, ਸਿਖਾਓ, ਔਰ ਜਿਹੜੇ ਪੰਜਾਬ ਦੇ ਨੌਜਵਾਨ ਰੁਜ਼ਗਾਰ ਪ੍ਰਾਪਤ ਕਰਨਾ ਚਾਹੁੰਦੇ ਨੇ ਉਹ ਤੰਤੀ ਸਾਜ਼ ਸਿੱਖਣ, ਗੁਰੂ ਦੇ ਸ਼ਬਦ ਨਾਲ ਜੁੜਨ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਜ਼ਰੂਰ ਆਪਣੇ ਕੋਲ ਜਿਹੜਾ ਹੈ ਸੇਵਾ ਦੇ ਅਵਸਰ ਪ੍ਰਦਾਨ ਕਰੇਗੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਮੈਂ ਅਪੀਲ ਕਰਾਂਗਾ ਕਿ ਉਹ ਇਹਨਾਂ ਨੂੰ ਅੱਛੀਆਂ ਸੈਲਰੀਜ਼ ਦੇਣ, ਕਿਉਂਕਿ ਅਗਰ ਪੜ੍ਹੇ ਲਿਖੇ ਕੀਰਤਨੀਆਂ ਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਇਸ ਫੀਲਡ ਵਿੱਚ ਆਉਣ, ਤੇ ਸਾਨੂੰ ਉਹਨਾਂ ਨੂੰ ਸੰਭਾਲਣਾ ਵੀ ਹੋਏਗਾ। ਐਟਲੀਸਟ ਉਹਨਾਂ ਨੂੰ ਜੋ ਕਾਲਜਸ ਦੇ ਵਿੱਚ ਇੱਕ ਅਧਿਆਪਕ ਨੂੰ ਜਾਂ ਯੂਨੀਵਰਸਿਟੀ ਦੇ ਵਿੱਚ ਇੱਕ ਅਧਿਆਪਕ ਨੂੰ ਜੋ ਤਨਖਾਹ ਦਿੱਤੀ ਜਾਂਦੀ ਹੈ, ਉਹ ਇਹਨਾਂ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ। ਔਰ ਉੱਥੇ ਰਹਿ ਕੇ ਸਾਡੇ ਇੱਕ ਵਿਦਿਆਰਥੀ ਡਾਕਟਰ ਰਵਿੰਦਰ ਸਿੰਘ ਨੇ PhD ਵੀ ਕਰ ਲਈ ਤੰਤੀ ਸਾਜ਼ ਜਾਂਦੇ ਆ ਦਰਬਾਰ ਸਾਹਿਬ ਦੇ ਵਿੱਚ। ਇਹ ਬੜੀ ਵੱਡੀ ਗੱਲ ਹੈ ਕਿ ਸਾਡੀ ਅਗਲੀ ਜਨਰੇਸ਼ਨ ਜਿਹੜੀ ਹੈ ਇਸ ਪਾਸੇ ਵੱਲ ਨੂੰ ਪ੍ਰੇਰਿਤ ਹੋ ਰਹੀ ਹੈ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਰ ਜ਼ਿਆਦਾ। ਔਰ ਇਸ ਵੇਲੇ ਮੈਂ ਆਸ ਕਰਦਾ ਕਿ ਡਾਕਟਰ ਰੂਪ ਸਿੰਘ ਜਿਹੜੇ ਜਨਰਲ ਸਕੱਤਰ ਨੇ, ਜੋ ਖੁਦ ਵਿਦਵਾਨ ਵੀ ਨੇ, ਔਰ ਉਹਨਾਂ ਨੇ ਹਮੇਸ਼ਾ ਹੀ ਸਹਿਯੋਗ ਦਿੱਤਾ ਹੈ, ਔਰ ਗੁਰਮਤਿ ਸੰਗੀਤ ਨੂੰ ਸਮਝਦੇ ਨੇ, ਉਹਨਾਂ ਦਾ ਇਸ ਵਿੱਚ ਬੜਾ ਵੱਡਾ ਯੋਗਦਾਨ ਹੋ ਸਕਦਾ ਹੈ। ਔਰ ਅਸੀਂ ਸਾਰੇ ਗੁਰਮਤਿ ਸੰਗੀਤ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੋ ਕੰਮ ਕੀਤੇ ਨੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ, ਔਰ ਅੱਗੇ ਤੋਂ ਉਹਨਾਂ ਦੀ ਸਰਪ੍ਰਸਤੀ ਚਾਹੁੰਦੇ ਹਾਂ। ਜੀ ਬਿਲਕੁਲ ਡਾਕਟਰ ਸਾਹਿਬ, ਆਪਣੇ ਕੋਲ ਖਜ਼ਾਨਾ ਬਹੁਤ ਹੈ। ਮੇਰਾ ਖਿਆਲ ਆਪਾਂ ਨੂੰ ਕੰਟੀਨਿਊ ਕਰਨੀ ਪੈਣੀ ਹੈ, ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤੇ ਫਿਰ ਆਪਾਂ ਸੈਕਿੰਡ ਐਪੀਸੋਡ ਜਿਹੜਾ ਹੈ ਉਹ ਵੀ ਸੰਗਤਾਂ ਦੀ ਸਾਂਝ ਪਾਉਂਦੇ ਹਾਂ। ਹਾਂਜੀ ਬਿਲਕੁਲ ਠੀਕ ਹੈ ਜੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਬਹੁਤ ਯੋਗਦਾਨ ਪਾਇਆ। ਤਾਂ ਗੁਰਮਤਿ ਸੰਗੀਤ ਵਿਸ਼ੇ ਬਾਰੇ ਔਰ ਗੁਰਮਤਿ ਸੰਗੀਤ ਵਿੱਚ ਵੱਖ-ਵੱਖ ਸੰਸਥਾਵਾਂ ਦਾ ਕੀ ਯੋਗਦਾਨ ਹੈ, ਔਰ ਕਿਸ ਤਰ੍ਹਾਂ ਗੁਰਮਤਿ ਸੰਗੀਤ ਨੂੰ ਅਕਾਦਮਿਕ ਤੌਰ ਤੇ ਅਸੀਂ ਡਿਵੈਲਪ ਕਰ ਸਕੇ ਹਾਂ, ਇਸ ਬਾਰੇ ਜ਼ਰੂਰ ਵਿਸਤਾਰ ਨਾਲ ਗੱਲ ਹੋਣੀ ਚਾਹੀਦੀ ਹੈ, ਔਰ ਸੰਗਤਾਂ ਨੂੰ ਵੀ ਪਤਾ ਲੱਗਣਾ ਚਾਹੀਦਾ। ਇੱਕ ਵਾਰ ਮੈਂ ਫੇਰ ਇਸ ਐਪੀਸੋਡ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਖੁੱਲ੍ਹਾ ਸਮਾਂ ਦੇ ਕੇ
ਇਹ ਗੱਲਬਾਤ ਕਰਕੇ ਗੁਰ ਸ਼ਬਦ ਦੀ ਔਰ ਕੀਰਤਨ ਦੀ ਗੱਲਬਾਤ ਸੰਗਤਾਂ ਨਾਲ ਸਾਂਝ ਪਾਉਣ ਦੇ ਲਈ ਮੈਨੂੰ ਅਵਸਰ ਪ੍ਰਦਾਨ ਕਰ ਰਹੇ ਹੋ। ਸਾਡੇ ਲਈ ਆਪ ਜੀ ਦਾ ਵਾਹਿਗੁਰੂ ਬਹੁਤ ਜੀ ਬਹੁਤ ਕਾ ਧੰਨਵਾਦ। ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।